ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਮੁੱਚੇ ਸਿੱਖ ਜਗਤ ਨੂੰ ਔਰ ਸਮੁੱਚੀ ਮਨੁੱਖਤਾ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੈ। ਆਓ ਜੋ ਨਿਤਾ ਪ੍ਰਤੀ ਆਪ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਨੇ ਬੜੇ ਸਹਿਜ ਦੇ ਵਿੱਚ ਗੁਰੂ ਕੀ ਬਾਣੀ ਦਾ ਫੁਰਮਾਨ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਉਸ ਸ਼੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕਲਿਆਣ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮਾਰੈ ਇਹ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੋ ਬਾਣੀ ਨੂੰ ਇਸ ਰੂਹੇ ਜ਼ਮੀਨ 'ਤੇ ਇਕੱਤਰ ਕਰਕੇ ਸ਼੍ਰੀ ਆਦਿ ਅਕਾਲ ਪੁਰਖ ਦੇ ਬੋਲਾਂ ਦੀ ਬੀੜ ਸ਼੍ਰੀ ਆਦਿ ਗ੍ਰੰਥ ਸਾਹਿਬ ਤਿਆਰ ਕਰਦੇ ਨੇ। ਗੁਰੂ ਪਾਤਸ਼ਾਹ ਦਾ ਰਾਗ ਕਲਿਆਣ ਦੇ ਵਿੱਚ ਇਹ ਫੁਰਮਾਨ ਹੈ ਜੋ ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਆਪਣੇ ਇਸ਼ਟ ਦਾ ਅਕਾਲ ਪੁਰਖ ਦਾ ਮੰਗਲ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਸਭਨਾਂ ਦਾ ਜੋ ਪ੍ਰਕਾਸ਼ਕ ਹੈ, ਕਰਤਾ ਹੈ, ਹਰਤਾ ਹੈ, ਪਰਵਰਿਸ਼ ਕਰਨ ਵਾਲਾ ਹੈ, ਅਗਿਆਨ ਨੂੰ ਖਤਮ ਕਰਦਾ ਹੈ, ਗਿਆਨ ਬਖਸ਼ਦਾ ਹੈ, ਕਿਰਪਾਲੂ ਹੈ, ਝੋਲੀਆਂ ਭਰਦਾ ਹੈ। ਸਤਿਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਮਹਾਰਾਜ ਫੁਰਮਾਨ ਕਰਦੇ ਨੇ ਹਮਾਰਾ ਇਹ ਕਿਰਪਾ ਕੀਜੈ। ਐ ਅਕਾਲ ਪੁਰਖ
ਇੱਕ ਜਗਿਆਸੂ ਨੇ ਬੇਨਤੀ ਕਰਨੀ ਹੈ। ਐ ਅਕਾਲ ਪੁਰਖ ਸਾਡੇ ਤੇ ਦਇਆ ਕਰ, ਮਿਹਰ ਕਰ, ਰਹਿਮ ਕਰ, ਕਿਰਪਾ ਕਰ। ਔਰ ਕੀ ਮਨੌਤ ਮੰਗਣੀ ਹੈ, ਕੈਸੀ ਮਿਹਰ ਕਰ। ਅਗਲੇ ਅਲਫਾਜ਼ਾਂ ਵਿੱਚ ਪਾਤਸ਼ਾਹ ਕਹਿੰਦੇ ਨੇ, ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ। ਅਲ ਮਕਰੰਦ, ਅਲ ਕਹਿੰਦੇ ਨੇ ਭੌਰੇ ਨੂੰ, ਭ੍ਰਮਰ ਨੂੰ। ਮਕਰੰਦ ਦਾ ਭਾਵ ਹੈ, ਜਿਵੇਂ ਪਾਤਸ਼ਾਹ ਕਹਿੰਦੇ ਉਹ ਫੁੱਲ ਵਿੱਚ ਰਸ ਹੁੰਦਾ ਹੈ ਨਾ, ਤੇ ਭੌਰੇ ਦਾ ਜਿਹੜਾ ਸੁਭਾਅ ਹੈ ਉਹ ਫੁੱਲ ਦੇ ਰਸ ਦਾ ਉਸਨੂੰ ਬੜਾ ਚਸਕਾ ਹੈ, ਉਹ ਰਹਿ ਨਹੀਂ ਸਕਦਾ ਰਸ ਤੋਂ ਬਿਨਾਂ। ਹੁਣ ਪਰਮਾਤਮਾ ਦਾ ਨਾਮ ਜਪਣਾ ਔਖਾ ਹੈ, ਨਿਤਨੇਮ ਕਰਨਾ ਬੜਾ ਔਖਾ ਹੈ, ਸਾਡਾ ਧਿਆਨ ਨਹੀਂ ਲੱਗਦਾ, ਮਨ ਨਹੀਂ ਟਿਕਦਾ। ਸੋ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਅੱਗੇ ਬੇਨਤੀ ਕਰੋ ਵੀ ਐਸੀ ਖਿੱਚ ਸਾਨੂੰ ਤੇਰੇ ਨਾਮ ਦੇ ਪ੍ਰਤੀ ਹੋਵੇ, ਤੇਰੇ ਚਰਨਾਂ ਨਾਲ ਐਸਾ ਮੋਹ ਹੋਵੇ ਜੈਸਾ ਭੌਰੇ ਦਾ ਫੁੱਲਾਂ ਦੇ ਨਾਲ ਹੈ। ਜਿਵੇਂ ਉਹ ਰਸ ਤੋਂ ਬਿਨਾਂ, ਖੁਸ਼ਬੋਈ ਤੋਂ ਬਿਨਾਂ ਰਹਿ ਨਹੀਂ ਸਕਦਾ, ਫੁੱਲਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਮਨ ਫੇਰ ਫੇਰ ਰੀਝੈ, ਉਹ ਮੁੜ ਮੁੜ ਕੇ ਰੀਝੇਗਾ ਉਦੋਂ ਹੀ, ਖੇੜੇ ਵਿੱਚ ਉਦੋਂ ਹੀ ਆਵੇਗਾ ਜਦੋਂ ਉਸ ਨੂੰ ਰਸ ਪ੍ਰਾਪਤ ਹੋਵੇਗਾ। ਸਾਡਾ ਮਨ ਤੇ ਬੇਰਸਾ ਗਲੋਂ ਗਲਾਵਾਂ ਲਾਉਂਦਾ ਹੈ ਵੀ ਕਦੋਂ ਨਿਬੜੇ ਜਪਜੀ ਸਾਹਿਬ, ਜਾਪ ਸਾਹਿਬ ਨਾ ਹੀ ਕਰਨਾ ਪਵੇ, ਸਵਈਏ ਨਾ ਹੀ ਕਰਨੇ ਪੈਣ, ਚੌਪਈ ਕੱਲ੍ਹ ਨੂੰ ਕਰ ਲਵਾਂਗੇ, ਆਨੰਦ ਸਾਹਿਬ ਦੀ ਲੋੜ ਨਹੀਂ ਹੈ। ਬੱਧੋ ਰੁੱਧੀ ਦਾ ਕਰਦੇ ਹਾਂ, ਅਗਰ ਕਰਦੇ ਹਾਂ ਤੇ, ਅਬਰ ਤੇ ਕਰਦੇ ਹੀ ਨਹੀਂ। ਕਹਿੰਦੇ ਜਿਵੇਂ ਭੌਰਾ ਅੱਕਦਾ ਨਹੀਂ ਹੈ ਰਸ ਤੋਂ, ਖੁਸ਼ਬੋਈ ਤੋਂ, ਵਾਰ-ਵਾਰ ਫੁੱਲਾਂ ਦੇ ਘੇਰੇ ਘੇਰੇ ਫਿਰਦਾ ਹੈ, ਖੁਸ਼ਬੋਈ ਲੈਂਦਾ ਹੈ, ਰਸ ਮਾਣਦਾ ਹੈ, ਇਉਂ ਮਹਾਰਾਜ ਤੇਰੇ ਨਾਮ ਦਾ ਪ੍ਰੇਮ ਸਾਡੇ ਅੰਦਰ ਪੈਦਾ ਹੋਵੇ। ਬਾਣੀ ਵਿੱਚ ਉਦਾਹਰਨ ਕਈ ਵਾਰ ਆਈ ਹੈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਹੇ ਹਰ ਬਿਨ ਰਹਿ ਨਾ ਜਾਈ। ਜਿਵੇਂ ਕਮਲ ਦੇ ਫੁੱਲ ਤੋਂ ਬਿਨਾਂ ਭੌਰਾ ਨਹੀਂ ਰਹਿੰਦਾ, ਇਉਂ ਅਸੀਂ ਵੀ ਮਹਾਰਾਜ ਪਾਤਸ਼ਾਹ ਭੌਰੇ ਵਰਗਾ ਸੁਭਾਅ ਪ੍ਰਾਪਤ ਕਰੀਏ, ਤੇਰੇ ਨਾਮ ਤੋਂ ਬਿਨਾਂ ਅਸੀਂ ਵੀ ਰਹਿ ਨਾ ਸਕੀਏ। ਹੁਣ ਦੀਨ ਦੁਨੀਆ ਦੇ ਮਾਲਕ ਅੱਗੇ ਫੁਰਮਾਨ ਕਰਦੇ ਨੇ, ਰਹਾਓ। ਅਗਲੀ ਉਦਾਹਰਣ ਹੈ, ਆਨ ਜਲਾ ਸਿਉ ਕਾਜ ਨਾ ਕਛੁਐ, ਹਰ ਬੂੰਦ ਚਾਤ੍ਰਿਕ ਕਉ ਦੀਜੈ। ਦੂਜੀ ਉਦਾਹਰਣ ਚਾਤ੍ਰਿਕ ਦੀ ਦਿੱਤੀ, ਬੰਬੀਹੇ ਦੀ। ਹੁਣ ਬੰਬੀਹੇ ਦਾ ਇੱਕ ਸੁਭਾਅ ਹੈ, ਆਨ ਜਲਾ ਸਿਉ ਕਾਜ ਨਾ ਕਛੁਐ। ਆਨ ਜਲਾ ਤੋਂ ਭਾਵ ਹੈ ਜਿੰਨੇ ਵੀ ਹੋਰ ਵਰਖਾ ਤੋਂ ਬਿਨਾਂ ਜਲ ਦੇ ਸੋਮੇ ਨੇ, ਚਾਹੇ ਉਹ ਸਮੁੰਦਰ ਹੈ, ਨਦੀਆਂ ਨੇ, ਨਾਲੇ ਨੇ, ਲਬਾਲਬ ਵਰਖਾ ਹੋ ਕੇ ਭਰੇ ਰਹਿਣ। ਬੰਬੀਹਾ ਕਦੇ ਵੀ ਨਦੀਆਂ, ਨਾਲੇ, ਸਮੁੰਦਰਾਂ ਵਿੱਚੋਂ ਜਲ ਨਹੀਂ ਪੀਂਦਾ, ਭਾਵੇਂ ਧਿਆਇਆ ਮਰ ਜਾਵੇ। ਉਹ ਸਵਾਂਤੀ ਬੂੰਦ ਚਾਹੁੰਦਾ ਹੈ। ਉਹ ਜਦੋਂ ਵਰਖਾ ਹੁੰਦੀ ਹੈ ਨਾ, ਮੂੰਹ ਉੱਪਰ ਨੂੰ ਉਠਾ ਲੈਂਦਾ ਹੈ, ਜਿਹੜੀ ਬੂੰਦ ਉਹਦੇ ਗਲੂਏ ਵਿੱਚ ਪੈ ਜਾਵੇ ਉਹਦੇ ਨਾਲ ਹੀ ਪਿਆਸ ਉਹਦੀ ਮਿਟਦੀ ਹੈ। ਜੇ ਨਾ ਬੂੰਦ ਉਹਦੇ ਗਲੂਏ ਵਿੱਚ ਪਵੇ ਤੇ ਉਹ ਹੋਰ ਕਿਸੇ ਵੀ ਜਲ ਦੇ ਸੋਮੇ ਤੋਂ ਜਲ ਨਹੀਂ ਛਕਦਾ, ਭਾਵੇਂ ਧਿਆਇਆ ਮਰ ਜਾਵੇ। ਅਕਾਲ ਪੁਰਖ ਜੈਸਾ ਸਵਾਂਤੀ ਬੂੰਦ ਨਾਲ, ਵਰਖਾ ਨਾਲ ਬੰਬੀਹੇ ਦਾ ਪਿਆਰ ਹੈ। ਚਾਤਕ ਲਫ਼ਜ਼ ਹੈ, ਚਾਤਕ, ਇਹਨੂੰ ਚਾਤਰਿਕ ਵੀ ਕਹਿ ਦਿੰਦੇ ਆ, ਬੰਬੀਹਾ ਵੀ ਕਹਿ ਦਿੰਦੇ ਨੇ। ਬਾਣੀ 'ਚ ਚਾਤਰਿਕ ਜ਼ਿਆਦਾ ਆਉਂਦਾ ਹੈ, ਵੈਸੇ ਚਾਤਕ ਤੋਂ ਚਾਤਰਿਕ ਹੈ। ਚਾਤ ਦਾ ਮਤਲਬ ਹੁੰਦਾ ਮੰਗਣ ਵਾਲਾ, ਜੋ ਮੰਗਦਾ ਹੈ, ਜੋ ਯਾਤਨਾ ਕਰਦਾ ਹੈ ਪਰਮਾਤਮਾ ਅੱਗੇ ਵੀ ਵਰਖਾ ਹੋਵੇ ਤੇ ਮੇਰੀ ਪਿਆਸ
ਬੁੱਝ ਜਾਵੇ। ਸੋ ਜਿਵੇਂ ਬਬੀਹੇ ਨੂੰ ਮੋਹ ਹੈ ਵਰਖਾ ਦੀ ਬੂੰਦ ਦੇ ਨਾਲ, ਇਉਂ ਤੇਰੀ ਬਾਣੀ ਦੇ ਨਾਲ ਸਾਡਾ ਮੋਹ ਬਣੇ। ਹੋਰ ਕਿਧਰੇ ਵੀ ਅਸੀਂ ਝੋਲੀ ਨਾ ਅੱਡੀਏ, ਹੋਰ ਕਿਸੇ ਦੇ ਵੀ ਨਾਮ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ, ਸਿਰਫ ਤੇਰੇ ਨਾਮ ਦੀ ਬੂੰਦ ਚਾਹੀਦੀ ਹੈ। ਜਿਵੇਂ ਭੌਰਾ ਫੁੱਲਾਂ ਦੀ ਖੁਸ਼ਬੋਈ ਤੇ ਰਸ ਲਈ ਤਰਸਦਾ ਹੈ, ਜਿਵੇਂ ਚਾਤਰਿਕ ਬੰਬੀਹਾ ਵਰਖਾ ਦੀ ਬੂੰਦ ਲਈ ਤਰਸਦਾ ਏ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ। ਕੈਸੀ ਉੱਥੇ ਸਵਾਲ ਖੜਾ ਹੁੰਦਾ, ਕੈਸੀ ਜੈਸੀ ਚਾਤਰਿਕ ਮੇਹੇ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰਿਕ ਮੇਹੇ। ਜਿਵੇਂ ਚਾਤਰਿਕ ਨੂੰ ਵਰਖਾ ਦੇ ਨਾਲ ਪ੍ਰੇਮ ਹੈ। ਕਹਿੰਦੇ ਸਰ ਭਰ ਥਰ ਹਰਿਆਵਲੇ, ਸਰ ਭਰ ਥਰ ਹਰਿਆਵਲੇ, ਇੱਕ ਬੂੰਦ ਨਾ ਪਵਈ ਕਿਹੇ। ਧਰਤੀ ਹਰੀ ਭਰੀ ਹੋ ਗਈ ਵਰਖਾ ਨਾਲ, ਸਰੋਵਰ ਭਰ ਗਏ, ਪਰ ਜੇ ਇੱਕ ਬੂੰਦ ਬਬੀਹੇ ਦੇ ਗਲ ਵਿੱਚ ਨਾ ਡਿੱਗੀ ਤੇ ਉਹ ਧਿਆਇਆ ਮਰ ਜਾਵੇਗਾ। ਉਹਨੂੰ ਕੋਈ ਮਤਲਬ ਨਹੀਂ ਹੈ ਸਰੋਵਰਾਂ ਨਾਲ, ਉਹ ਦੂਸਰੀ ਜਗ੍ਹਾ ਜਾਂਦਾ ਹੀ ਨਹੀਂ ਹੈ। ਸੋ ਐਸਾ ਤੇ ਅਕਾਲ ਪੁਰਖ ਦੇ ਨਾਲ ਗੁਰੂ ਅਰਜਨ ਸਾਹਿਬ ਕਹਿੰਦੇ ਚਾਹੀਦਾ ਹੈ। ਬਿਨ ਮਿਲਬੇ ਨਾਹੀ ਸੰਤੋਖਾ, ਪੇਖ ਦਰਸ਼ਨ ਨਾਨਕ ਜੀਜੈ। ਅਕਾਲ ਪੁਰਖ ਜਿਵੇਂ ਬਬੀਹੇ ਨੂੰ ਸੰਤੋਖ ਨਹੀਂ ਆਉਂਦਾ, ਰੱਜ ਨਹੀਂ ਆਉਂਦਾ ਵਰਖਾ ਦੀ ਬੂੰਦ ਤੋਂ ਬਿਨਾਂ, ਇਉਂ ਤੇਰੇ ਨਾਮ ਤੋਂ ਬਿਨਾਂ, ਤੇਰੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਰੱਜ ਨਹੀਂ ਆਉਂਦਾ। ਉਹ ਜਿਉਂਦਾ ਹੈ ਸਵਾਂਤੀ ਬੂੰਦ ਨੂੰ ਛਕ ਕੇ, ਅਸੀਂ ਜਿਉਂਦੇ ਹਾਂ ਤੇਰੇ ਦਰਸ਼ਨ ਕਰਕੇ। ਸੰਤੋਖ ਲਫ਼ਜ਼ ਸਬਰ ਲਈ ਆਉਂਦਾ ਹੈ, ਸਾਨੂੰ ਸਬਰ ਹੀ ਤੇਰੇ ਨਾਮ ਨਾਲ ਆਉਂਦਾ ਹੈ, ਦਰਸ਼ਨਾਂ ਨਾਲ ਆਉਂਦਾ ਹੈ, ਵੀ ਲੋਭ ਦਾ ਤਿਆਗ ਕਰ ਦੇਣਾ। ਅੱਛਾ, ਤੇਰੇ ਨਾਮ ਤੋਂ ਬਿਨਾਂ ਸੰਤੋਸ਼ ਨਹੀਂ ਆਉਂਦਾ। ਇਹਨੂੰ ਸੰਤੋਖ ਵੀ ਕਹਿੰਦੇ ਨੇ, ਸੰਤੋਸ਼ ਵੀ ਕਹਿੰਦੇ ਨੇ, ਤੇ ਤੁਸ਼ ਦਾ ਮਤਲਬ ਹੁੰਦਾ ਖੁਸ਼ ਹੋਣਾ। ਦੌਲਤਾਂ ਨਾਲ ਵੀ ਅਸੀਂ ਰੱਜਦੇ ਨਹੀਂ, ਸ਼ੋਹਰਤਾਂ ਨਾਲ ਵੀ ਅਸੀਂ ਰੱਜਦੇ ਨਹੀਂ। ਬਿਨਾਂ ਅਕਾਲ ਪੁਰਖ ਦੇ ਨਾਮ ਤੋਂ ਰੱਜ ਨਹੀਂ ਆਉਂਦਾ। ਬਿਨਾਂ ਸੰਤੋਖ ਨਹੀਂ ਕਉ ਰਾਜੈ। ਸੋ ਮਹਾਰਾਜ ਕਹਿੰਦੇ ਤੇਰੇ ਦਰਸ਼ਨ ਐਸੇ ਨੇ, ਜੋ ਕਰ ਲਵੇ ਉਸ ਨੂੰ ਰੱਜ ਆ ਜਾਂਦਾ ਹੈ। ਜੀਜੈ ਜਿਹੜਾ ਹੈ ਨਾ, ਜੀਜੈ ਲਫ਼ਜ਼, ਇੱਕ ਲਫ਼ਜ਼ ਆਉਂਦਾ ਜੀਵਨਾ, ਜੀਵਨਾ ਤੋਂ ਬਣ ਜਾਂਦਾ ਜੀਵੀ ਹੈ, ਤੇ ਜਿਉਣ ਤੋਂ ਹੀ ਜੀਜੈ ਲਫ਼ਜ਼ ਬਣਿਆ ਹੈ। ਇਹ ਸਮੇਂ ਦੇ ਨਾਲ ਹਰ ਭਾਸ਼ਾ ਵਿੱਚ ਬਦਲਾਅ ਆਉਂ, ਚਾਹੇ ਪਰਸ਼ੀਅਨ ਹੈ, ਅਰਬੀ ਫਾਰਸੀ, ਉਰਦੂ ਹੈ, ਪੰਜਾਬੀ ਹੈ, ਹਿੰਦੀ ਹੈ। 500 ਸਾਲ ਪਹਿਲਾਂ ਇਹਦੀ ਰੂਪ ਰੇਖਾ ਹੋਰ ਹੈ, ਅੱਜ ਹੋਰ ਹੈ। ਅੱਜ ਤੁਹਾਡੇ ਬੱਚੇ ਜਿਹੜੇ ਬਾਹਰ ਚਲੇ ਜਾਂਦੇ ਨੇ ਫੋਰਨ ਕੰਟਰੀਜ਼ ਵਿੱਚ, ਪੰਜਾਬੀ ਉਹ ਵੀ ਬੋਲਦੇ ਨੇ, ਉਹਨਾਂ ਦੇ ਬੋਲਣ ਵਿੱਚ ਬਦਲਾਅ ਆ ਜਾਂਦਾ, ਇੱਦਾਂ ਹੀ ਅਲਫਾਜ਼ ਬਦਲ ਜਾਂਦੇ ਨੇ। ਸੋ ਬਾਣੀ ਦਾ ਰੂਪ ਆਪਾਂ ਹੂ ਬਹੂ ਉਹੀ ਰੱਖਦੇ ਹਾਂ, ਕਿਉਂਕਿ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਆ ਹੈ। ਲੈਂਗੁਏਜ ਤਾਂ ਹਰ 5-7 ਸਾਲੀ ਚੇਂਜ ਹੋ ਜਾਂਦੀ ਹੈ, ਜੇ ਚੇਂਜ ਕਰਨ ਲੱਗ ਪਈਏ ਉਹ ਸਿਧਾਂਤ ਦੀ ਉਲੰਘਣਾ ਹੈ। ਸੋ ਮਹਾਰਾਜ ਕਹਿੰਦੇ ਤੇਰੇ ਦਰਸ਼ਨ ਹੀ ਸੰਤੋਖ ਬਖਸ਼ਦੇ ਨੇ, ਹੋਰ ਕਿਸੇ ਤਰ੍ਹਾਂ ਵੀ ਸੰਤੋਸ਼ ਆ ਨਹੀਂ ਸਕਦਾ। ਸੋ ਇੱਥੇ ਲੜੀਵਾਰ ਸ਼ਬਦ ਦੀ ਵਿਚਾਰ ਦੀ ਸਮਾਪਤੀ ਹੈ। ਆਓ ਅੱਜ ਜੋ ਪਾਕ ਦਿਹਾੜਾ ਹੈ, 10 ਪਾਤਸ਼ਾਹੀਆਂ ਦੀ ਜੋਤ ਜਿੱਥੇ ਸੁਭਾਏਮਾਨ ਹੈ। ਪਹਿਲਾਂ ਨਿਰਗੁਣ ਸਰੂਪ ਅਕਾਲ ਪੁਰਖ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਗੁਰੂ ਨਾਨਕ ਸਾਹਿਬ ਬਣ ਕੇ ਆਏ, 10 ਸਰਗੁਣ ਸਰੂਪ ਧਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਔਰ ਫਿਰ ਸ਼ਬਦ ਸਰੂਪ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਓ ਇਸ ਅਗੰਮੀ ਇਤਿਹਾਸ ਨਾਲ ਜੁੜਨਾ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ, ਕਿਉਂ ਹੁੰਦੀ ਹੈ, ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਅੰਦਰ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਬੋਲ ਹੈ, ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ। ਇਹ ਜਿਹੜੀ ਬਾਣੀ ਹੈ ਨਾ ਪੂਰਿਆਂ ਗੁਰਾਂ ਦੀ, ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਉਹਦੇ ਹਿਰਦੇ ਵਿੱਚ ਵਸਦੀ ਹੈ,
ਜਿਹਦੇ ਹਿਰਦੇ ਵਿੱਚ ਵਸ ਜਾਵੇ, ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ। ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੈ ਤਿਸ ਹਿਰਦੈ ਬਸਿਆ। ਇਹ ਪੂਰਿਆਂ ਗੁਰਾਂ ਦੀ ਬਾਣੀ ਕਹਿੰਦੇ ਜਿਹਦੇ ਅੰਦਰ ਟਿਕ ਜਾਂਦੀ ਹੈ, ਉਹਦਾ ਆਉਣਾ ਜਾਣਾ 84 ਲੱਖ ਜੂਨ ਦਾ ਗੇੜ, 1,84 ਜੋਨ ਭਰਮਾਇਆ, ਇਹ ਭਰਮਣ ਕਟਿਆ ਜਾਂਦਾ ਹੈ। ਉਹ ਸਦਾ ਸੁਖੀ ਰਹਿੰਦਾ ਹੈ, ਦੁੱਖ ਰੋਗ ਸੋਗ ਉਹਦੇ ਮਿਟ ਜਾਂਦੇ ਨੇ। ਬਾਣੀ ਦਾ ਪ੍ਰਤਾਪ ਐਸਾ ਹੈ। ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਧਰਨ ਗਗਨ ਨਵ ਖੰਡ ਮਹਿ ਜੋਤ ਸਵਾਰੂਪੀ ਰਹਿਓ ਪਰ ਪਨ ਮਤਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਰੰਚਕ ਮਾਤਰ ਅਕਾਲ ਪੁਰਖ ਤੇ ਉਹਦੇ ਸਰਗੁਣ ਸਰੂਪ ਗੁਰੂ ਅਰਜਨ ਸਾਹਿਬ ਵਿੱਚ ਫਰਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਉਹਨਾਂ ਨੇ ਇਕੱਤਰ ਕੀਤੀ। ਭੱਟਾ ਨੇ ਇੱਕ ਬਚਨ ਕਿਹਾ, ਤੁਸੀਂ ਰੋਜ਼ ਪੜ੍ਹਦੇ ਹੋ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਐ ਗੁਰੂ ਅਰਜਨ ਸਾਹਿਬ, ਤੁਸੀਂ ਜਨਮ ਤੋਂ ਹੀ ਬ੍ਰਹਮ ਦੀ ਪਹਿਚਾਣ ਵਾਲੇ ਹੋ, ਬ੍ਰਹਮ ਸਰੂਪ ਹੋ, ਬ੍ਰਹਮ ਗਿਆਨੀ ਹੋ। ਤੈਂ ਜਨਮਤ, ਸਾਡੇ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਗਿਆਨ ਲੈਣਾ ਪੈਂਦਾ ਨਹੀਂ, 10 ਪਾਤਸ਼ਾਹੀਆਂ ਨੂੰ ਨਹੀਂ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਹੀ ਗਿਆਨਵਾਨ ਹੋ, ਬ੍ਰਹਮ ਵੇਤੇ ਹੋ, ਬ੍ਰਹਮ ਵਿੱਚ ਅਭੇਦ ਹੋ, ਬ੍ਰਹਮ ਦਾ ਸਰੂਪ ਹੋ। ਹੁਣ ਆਓ ਸਿੱਧ ਕਰੀਏ ਵੀ ਇਹ ਬਚਨ ਜਿਹੜੇ ਨੇ ਕਿਸ ਸਾਖੀ ਨਾਲ ਢੁਕਦੇ ਨੇ, ਸਿੱਧ ਹੁੰਦੇ ਨੇ। ਮਾਂ ਨੇ ਕੁਛੜ ਚੁੱਕਿਆ ਸੀ, ਗੋਇੰਦਵਾਲ ਸਾਹਿਬ ਦੀ ਪਾਕ ਧਰਤੀ ਤੇ 1 ਸਾਲ ਉਮਰ ਹੈ ਬਾਬਾ ਗੁਰੂ ਅਰਜਨ ਸਾਹਿਬ ਨੂੰ। ਮਾਤਾ ਭਾਨੀ ਨੇ ਚੁੱਕਿਆ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਗੁਰਾਂ ਦੇ ਨਾਨਾ ਜੀ, ਉਹ ਪ੍ਰਚਾਰ ਲਈ ਗਏ ਹੋਏ ਨੇ, ਤੇ ਕੋਈ 2.5-3 ਫੁੱਟ ਦਾ ਤੇ ਉਹਨਾਂ ਦਾ ਸਿੰਘਾਸਣ ਹੋਵੇਗਾ ਹੀ ਨਾ, ਘੱਟੋ ਘੱਟ। ਤੇ ਸਾਲਕ ਦੇ ਬਾਬਾ ਗੁਰੂ ਅਰਜਨ ਸਾਹਿਬ ਦੌੜ ਕੇ ਉਸ ਤਖਤ ਵੱਲ ਜਾਂਦੇ ਨੇ ਤੇ ਯਤਨ ਕਰਦੇ ਨੇ ਬੈਠ ਜਾਵਾਂ। ਮਾਤਾ ਨੇ ਚੁੱਕ ਲਿਆ, ਭੱਜੀ ਭੱਜੀ ਆਈ ਮਾਤਾ ਭਾਨੀ, ਆਖਣ ਲੱਗੀ, ਇਹ ਖੁਦ ਖੁਦਾ ਗੁਰੂ ਅਮਰਦਾਸ ਸਾਹਿਬ ਦਾ ਤਖਤ ਹੈ ਲਾਲ ਜੀ, ਇਹਦੇ ਤੇ ਨਹੀਂ ਬੈਠਣਾ। ਕੋਈ ਵੱਡੀ ਗੱਲ ਤੇ ਨਹੀਂ ਨਾ ਵੀ ਜੇ ਨਾਨੇ ਦੀ ਕੁਰਸੀ ਤੇ ਦੋਤਾ ਬਹਿ ਵੀ ਜਾਵੇ, ਦਾਦੇ ਦੀ ਕੁਰਸੀ ਤੇ ਪੋਤਾ ਬਹਿ ਵੀ ਜਾਵੇ, ਪਰ ਇਹ ਦੁਨਿਆਵੀ ਤਖਤ ਤੇ ਹੈ ਨਹੀਂ ਜਿਹੜਾ ਮਰਜ਼ੀ ਭੱਜ ਕੇ ਬਹਿ ਜਾਵੇ। ਇਹ ਤੇ ਸੇਵਾ ਸਿਮਰਨ ਨਾਲ ਮਿਲਦਾ ਹੈ। ਰਿਸ਼ਤੇਦਾਰੀ ਇੱਕ ਵੱਖਰੀ ਚੀਜ਼ ਹੈ, ਅੰਸ਼ ਵੱਖਰੀ ਚੀਜ਼ ਹੈ, ਵੰਸ਼ ਵੱਖਰੀ ਚੀਜ਼ ਹੈ। ਇੱਥੇ ਸੰਬੰਧ ਜਿਹੜਾ ਹੈ ਨਾ, ਬਲੱਡ ਰਿਲੇਸ਼ਨ ਨਾਲੋਂ ਵੱਧ ਕੇ ਸੇਵਾ ਸਿਮਰਨ ਨਾਲ ਕਾਇਮ ਹੁੰਦਾ ਹੈ। ਜੇ ਬਹੁਤੀ ਮਹਾਨਤਾ ਆਖੀਏ ਵੀ ਅੰਸ਼ ਨੂੰ ਦੇਣੀ ਹੁੰਦੀ, ਬਲੱਡ ਰਿਲੇਸ਼ਨ ਨੂੰ ਦੇਣੀ ਹੁੰਦੀ, ਤੇ ਗੁਰੂ ਨਾਨਕ ਸਾਹਿਬ ਬਾਬਾ ਮਹਾਂਪੁਰਸ਼ ਸ਼੍ਰੀ ਚੰਦ ਜੀ ਨੂੰ ਬਿਠਾਉਂਦੇ ਤਖਤ ਤੇ, ਬਾਬੇ ਲਹਿਣੇ ਨੂੰ ਨਾ। ਇਹ ਦੁਨਿਆਵੀ ਤਖਤ ਨਹੀਂ ਸੀ ਜਿੱਥੇ ਰਾਜੇ ਦਾ ਕਾਕਾ ਹੀ ਤਖਤ ਤੇ ਬਵੇਗਾ। ਇੱਥੇ ਸੇਵਾਦਾਰ ਨੂੰ ਵੀ ਤਖਤ ਮਿਲਦੇ ਨੇ। ਬਾਬਾ ਦਾਤੂ ਜੀ ਵੇਖ ਲਓ, ਬਾਬਾ ਮੋਹਨ ਜੀ ਵੇਖ ਲਓ, ਗੁਰੂ ਅੰਗਦ ਸਾਹਿਬ ਦੇ ਬੱਚੇ ਦੇਖ ਲਓ, ਗੁਰੂ ਅਮਰਦਾਸ ਸਾਹਿਬ ਦੇ ਬੱਚੇ ਵੇਖ ਲਓ, ਤਖਤ ਇੱਥੇ ਸੇਵਾਦਾਰਾਂ ਨੂੰ ਮਿਲੇ। ਬਹੁਤ ਵਿਰਲੀ ਉਦਾਹਰਣ ਮਿਲੇਗੀ ਗੁਰਤਾ ਦੇ ਅੰਦਰ ਜਿੱਥੇ ਲਖਤੇ ਜਿਗਰ ਨੂੰ ਤਖਤ ਮਿਲਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਗੁਰੂ ਅਰਜਨ ਸਾਹਿਬ ਬੈਠੇ, ਗੁਰੂ ਹਰਗੋਬਿੰਦ ਸਾਹਿਬ ਆ ਗਏ। ਇੱਥੋਂ ਗਾਂਹ ਤਖਤ ਜਿਹੜਾ ਹੈ ਲਖਤੇ ਜਿਗਰ ਦੀ ਝੋਲੀ ਪਿਆ। ਪਹਿਲਾਂ ਸੇਵਾਦਾਰਾਂ ਤੋਂ ਖੇਡ ਚੱਲੀ ਹੈ। ਇਹ ਦਰਸਾਉਣਾ ਸੀ ਵੀ ਇਹ ਦੁਨਿਆਵੀ ਤਖਤ ਨਹੀਂ ਹੈ, ਜਿਸ ਦੀ ਇਬਾਦਤ ਬੰਦਗੀ ਸੇਵਾ ਬਹੁਤਾਤ ਵਿੱਚ ਹੈ ਉਸ ਨੂੰ ਤਖਤ ਮਿਲੇਗਾ। ਮਹਾਰਾਜ ਆ ਗਏ ਗੁਰੂ ਅਮਰਦਾਸ ਸਾਹਿਬ ਤੇ ਬੀਬੀ ਭਾਨੀ ਨੂੰ ਕਹਿੰਦੇ, ਬੱਚੀਏ ਇਹਨੂੰ ਕੁਛੜ ਕਿਉਂ ਚੁੱਕਿਆ ਹੈ, ਇਹਨੂੰ ਖੇਡਣ ਦਿਓ। ਤੇ ਮਾਤਾ ਆਖਣ ਲੱਗੀ ਵੀ ਇਹ ਦੁਨਿਆਵੀ ਬੱਚਿਆਂ ਵਾਲੀਆਂ ਖੇਡਾਂ ਨਹੀਂ ਖੇਡਦਾ, ਵੀ ਮਿੱਟੀ ਖਾ ਲਈ ਤੇ ਨਿਆਣਿਆਂ ਨਾਲ ਲੜ ਲਿਆ, ਖਿਡੌਣਿਆਂ ਨਾਲ ਖੇਡ ਲਿਆ। ਇਹ ਜਦੋਂ ਵੀ ਕੁਛੜੋਂ ਲਾਉਣੀ ਆ ਦੌੜ ਕੇ ਤੁਹਾਡੇ ਤਖਤ ਤੇ ਬਹਿਣ ਪੈਂਦਾ ਹੈ। ਕੁਛੜੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਚੁੱਕ ਲਿਆ। ਉੱਪਰ ਕਹੋ ਉਠਾਏ ਤਬ ਬੋਲਿਓ, ਐਂ ਚੁੱਕਿਆ ਉੱਪਰ ਨੂੰ। ਉੱਪਰ ਕਹੋ
ਉਠਾਏ ਤਬ ਬੋਲਿਓ ਗਰਵ ਭਾਰ, ਬਹੁਤਾ ਜਿਹੜਾ ਭਾਰਾ ਵੇ, ਗਰਵ ਭਾਰ ਲੱਖ ਸ਼੍ਰੀ ਮੁਖ ਬੋਲਿਓ, ਇਹਦੇ ਭਾਰਾ ਹੀ ਬੜਾ ਹੈ। ਜਦੋਂ ਕਿਹਾ ਨਾ ਭਾਰਾ ਹੀ ਬੜਾ ਹੈ, ਕਹਿੰਦੇ ਭਾਰੀ ਗੁਰ ਜਗ ਮਹਿ ਬਿਦ ਤੈ ਹੈ, ਬਾਣੀ ਕੋ ਬੋਹਿਥ ਵੱਡ ਹੋਇਆ ਹੈ। ਇਹ ਬੜਾ ਭਾਰਾ ਗੁਰੂ ਹੋਵੇਗਾ, ਅਜ਼ਮਤੀ ਗੁਰੂ ਹੋਵੇਗਾ, ਔਰ ਬਾਣੀ ਦਾ ਜਹਾਜ਼ ਇਹ ਅਖਵਾਵੇਗਾ। ਤੇ ਕਹਿ ਦਿੱਤਾ ਸੀ ਦੋਹਿਤਾ ਬਾਣੀ ਕਾ ਬੋਹਿਤਾ। ਇਹ ਬਖਸ਼ਿਸ਼ ਉਦੋਂ ਹੋਈ, ਮਤਲਬ 1 ਸਾਲ ਦੀ ਉਮਰ ਵਿੱਚ ਸਮਝ ਹੈ ਗੁਰੂ ਅਰਜਨ ਸਾਹਿਬ ਨੂੰ ਵੀ ਮੈਂ ਇਸ ਤਖਤ ਤੇ ਬਹਿਣਾ, ਤਾਂ ਦੌੜ ਕੇ ਉਧਰ ਨੂੰ ਜਾਂਦੇ ਨੇ। ਭੱਟ ਕਹਿੰਦੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੂੰ ਜਨਮ ਤੋਂ ਹੀ ਪਹਿਚਾਣ ਵਾਲਾ ਹੈ। ਤੇ ਬਾਬਾ ਗੁਰੂ ਅਮਰਦਾਸ ਕਹਿੰਦੇ ਤਖਤ ਤੇ ਨਹੀਂ ਬੈਠੇਗਾ ਤੇ ਹੋਰ ਕੌਣ ਬੈਠੇਗਾ। ਪਰ ਬੱਚਿਆ ਇੱਕ ਗੱਲ ਹੈ, ਆਪਣੇ ਪਿਤਾ ਕੋਲੋਂ ਤਖਤ ਲੈ ਲਈ, ਅਜੇ ਉਹਨਾਂ ਦੀ ਵਾਰੀ ਹੈ। ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਹੀ ਬੈਠਣਾ ਸੀ ਨਾ। ਐਸੇ ਉੱਥੇ ਇਤਿਹਾਸ ਵਿੱਚ ਬਚਨ ਆਉਂਦੇ ਨੇ। ਖੈਰ ਸਾਲ ਦੀ ਉਮਰ ਵਿੱਚ ਹੀ ਜੋ ਬ੍ਰਹਮ ਦੀ ਪਹਿਚਾਣ ਵਾਲੇ ਬ੍ਰਹਮ ਸਰੂਪ ਨੇ, ਮਹਾਨ ਦੇਣ ਹੈ ਸਿੱਖ ਜਗਤ ਦੇ ਨਾਲ ਸਾਰੀ ਦੁਨੀਆ ਨੂੰ ਉਹਨਾਂ ਦੀ। ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ, ਦੂਸਰਾ ਸ਼੍ਰੀ ਹਰਿਮੰਦਰ ਸਾਹਿਬ, ਜਿੱਥੇ ਹਰ ਧਰਮ ਦੇ ਲੋਕ ਜਾ ਕੇ ਮਨ ਦੀ ਖੁਰਾਕ ਕੀਰਤਨ ਲੈਂਦੇ ਨੇ ਤੇ ਤਨ ਦੀ ਖੁਰਾਕ ਲੰਗਰ ਛਕਦੇ ਨੇ। ਉਹ ਮਹਾਨ ਤੀਰਥ ਸ਼੍ਰੀ ਹਰਿਮੰਦਰ ਸਾਹਿਬ ਬਖਸ਼ਿਆ, ਸ਼੍ਰੀ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਬਖਸ਼ਿਆ, ਔਰ ਇੱਕ ਮਹਾਨ ਗੁਣ ਮਨੁੱਖਤਾ ਦੇ ਅੰਦਰ ਭਰਿਆ ਵੀ ਇੱਥੇ ਸਭ ਇੱਕ ਨੇ। ਤੁਸੀਂ ਹੈਰਾਨ ਰਹਿ ਜਾਂਦੇ ਹੋ ਜਦੋਂ ਸੁਣਦੇ ਹੋ ਵੀ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਰੱਖਦੇ ਨੇ। ਹੁਣ ਦੇਖੋ ਹੈ ਕੀ ਹੈ, ਜਾਤ ਪਾਤ ਵਰਣ ਵੰਡ ਧਰਮਾਂ ਦੀਆਂ ਕੰਧਾਂ ਵੀ ਮਿਟਾਉਂਦੇ ਨੇ ਪਾਤਸ਼ਾਹ। ਧਰਮ ਜ਼ਰੂਰੀ ਹੈ ਰੱਬ ਤਾਈਂ ਪਹੁੰਚਣ ਲਈ, ਪਰ ਦੂਸਰੇ ਧਰਮ ਨਾਲ ਨਫ਼ਰਤ ਕਰਨ ਵਾਲਾ ਬੰਦਾ ਨਹੀਂ ਪਹੁੰਚ ਸਕਦਾ। ਸਾਈਂ ਮੀਆਂ ਮੀਰ ਕੋਲੋਂ ਇਹ ਸੇਵਾ ਲੈਂਦੇ ਨੇ। ਇਹ ਏਕਤਾ ਦਰਸਾਉਣ ਵਾਲੀਆਂ ਬਾਤਾਂ ਨੇ, ਹਰ ਧਰਮ ਦਾ ਅਦਬ ਸਤਿਕਾਰ ਕਰਨਾ। ਤਾਂ ਹੀ ਤੇ 4 ਦਰਵਾਜ਼ੇ ਨੇ ਉਹਨਾਂ ਦੇ ਹਰਿਮੰਦਰ ਸਾਹਿਬ ਦੇ। ਕੋਈ ਵਰਨ ਹੈ, ਕੋਈ ਧਰਮ ਹੈ, ਇੱਥੇ ਆ ਜਾ ਸਕਦਾ ਹੈ, ਰੱਬ ਦੇ ਗੀਤ ਗਾ ਸਕਦਾ ਹੈ। ਸੰਪਾਦਨਾ ਕਿਉਂ ਕਰਨੀ ਪਈ ਗੁਰੂ ਗ੍ਰੰਥ ਸਾਹਿਬ ਦੀ? ਕਿਉਂਕਿ ਗੁਰੂ ਘਰ ਦੇ ਜਿਹੜੇ ਦੋਖੀ ਸਨ, ਈਰ ਖਾਲੂ ਲੋਕ, ਬਾਬਾ ਪ੍ਰਿਥਵੀ ਚੰਦ ਦਾ ਪਰਿਵਾਰ ਆਦਿਕ, ਉਹ ਕੱਚੀਆਂ ਕਵਿਤਾਵਾਂ ਲਿਖ ਕੇ ਗੁਰੂ ਨਾਨਕ ਦਾ ਨਾਮ ਪਿੱਛੇ ਲਾ ਕੇ ਤੇ ਉਹ ਬਾਣੀ ਦਾ ਰੂਪ ਦੇਣਾ ਚਾਹੁੰਦੇ ਸਨ। ਮਹਾਰਾਜ ਕਹਿੰਦੇ ਵੀ 4 ਗੁਰੂਆਂ ਦੀ ਬਾਣੀ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਹ ਬਾਬਾ ਮੋਹਨ ਜੀ ਕੋਲ, ਗੁਰੂ ਅਮਰਦਾਸ ਦੇ ਵੱਡੇ ਸਪੁੱਤਰ ਕੋਲ ਗੋਇੰਦਵਾਲ ਸਾਹਿਬ ਪੋਥੀਆਂ ਦੇ ਰੂਪ ਵਿੱਚ ਪਈ ਹੈ। ਜਾਓ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਪੋਥੀਆਂ ਲੈ ਆਓ। ਬਾਬਾ ਮੋਹਨ ਜੀ ਬੜੇ ਸਿੱਧ ਪੁਰਸ਼ ਸਨ, ਬੰਦਗੀ 'ਚ ਬੈਠੇ ਰਹਿੰਦੇ ਸਨ ਆਪਣੇ ਅੰਤਰ ਧਿਆਨ ਹੋ ਕੇ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਪੋਥੀਆਂ ਲੈਣ ਗਏ, ਉਹਨਾਂ ਸੁਣੀ ਗਿਣੀ ਨਾ ਕੋਈ, ਆਪਣੀ ਇਕਾਗਰਤਾ ਬਣਾ ਕੇ ਬੈਠੇ ਰਹੇ। ਮਾਯੂਸ ਹੋ ਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਆਏ, ਮਹਾਰਾਜ ਪੋਥੀਆਂ ਨਹੀਂ ਮਿਲੀਆਂ। ਗੁਰੂ ਅਰਜਨ ਸਾਹਿਬ ਆਪ ਗਏ ਨੇ, ਗੋਇੰਦਵਾਲ ਸਾਹਿਬ ਪਹੁੰਚੇ ਨੇ। ਗੋਇੰਦਵਾਲ ਸਾਹਿਬ ਪਹੁੰਚ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਇੱਕ ਬਾਣੀ ਦਾ ਸ਼ਬਦ ਪੜ੍ਹਿਆ। ਹੁਣ ਧਿਆਨ ਦਿਓ, ਅਕਾਲ ਪੁਰਖ ਨੂੰ ਸੰਬੋਧਿਤ ਹੈ ਤੇ ਸਿੱਖਿਆ ਦੇਣੀ ਹੈ ਬਾਬਾ ਮੋਹਨ ਨੂੰ। ਸ਼ਬਦ ਕੀ ਪੜ੍ਹਦੇ ਨੇ? ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਮੋਹਨ ਰੂਪੀ ਮੋਹਣ ਵਾਲੇ ਅਕਾਲ ਪੁਰਖ ਦੇ ਮੰਦਰ ਬੜੇ ਉੱਚੇ ਨੇ। ਕਿਹੜੇ ਜੀ? ਸੱਚਖੰਡ ਵਸੈ ਨਿਰੰਕਾਰ, ਨਿਰਗੁਣ ਸਰੂਪ ਦਾ ਸੱਚਖੰਡ। ਜਾਂ ਪ੍ਰਤੱਖ ਵੇਖੋ ਇਹ ਸਰਗੁਣ ਸਰੂਪ ਦਾ ਦਰਬਾਰ ਬੰਗਲਾ ਸਾਹਿਬ ਹੈ, ਜਾਂ ਹੋਰ ਜਿੰਨੇ ਸਥਾਨ ਨੇ ਕਿੱਡੇ ਉੱਚੇ ਨੇ, ਸੁੰਦਰ ਨੇ। ਅੱਛਾ, ਸਤਸੰਗ ਚਾਹੇ ਉਹ ਸੱਚਖੰਡ ਹੈ, ਇੱਥੇ ਜਿਹੜੇ ਸ਼ੋਭਾ ਪਾਉਂਦੇ ਨੇ ਉਹ ਕੌਣ ਨੇ? ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਸੰਤ ਬਿਰਤੀ ਲੋਕ, ਰੱਬ ਦੇ ਗੀਤ ਗਾਉਣ ਵਾਲੇ ਲੋਕ। ਸੱਚਖੰਡ ਵੀ ਉਹੀ ਸ਼ੋਭਦੇ ਨੇ, ਸਤ ਸੰਗਤ ਵਿੱਚ ਬਹਿ ਕੇ ਹੀ ਤੇਰੇ ਉਹ ਗੁਣ ਗਾਉਂਦੇ ਨੇ।
ਤੇ ਮੋਹਣ ਐ ਉੱਚੇ ਚੁਬਾਰੇ ਵਾਲੇ ਮੋਹਣ, ਤੇਰਾ ਵੀ ਰੱਬ ਵਾਲਾ ਨਾਂ, ਤੇਰਾ ਚੁਬਾਰਾ ਵੀ ਰੱਬ ਦੇ ਮਹਿਲਾ ਵਾਂਗੂ ਵਾਹਵਾ ਉੱਚਾ ਹੈ, ਪਰ ਬਾਬਾ ਮੋਹਣ ਉਸ ਮੋਹਣ ਵਾਲੇ ਰੱਬ ਦੇ ਦਰ ਤੇ ਸੰਤ ਸੋਭਦੇ ਨੇ, ਤੇ ਤੂੰ ਘਰੋਂ ਸੰਤਾਂ ਨੂੰ ਖਾਲੀ ਮੋੜ ਦਿੱਤਾ ਹੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੂੰ। ਉਹ ਚੋਟ ਲੱਗੀ ਮਨ ਤੇ। ਗੀਤ ਪਰਮਾਤਮਾ ਦੇ ਗਾਏ, ਸਿੱਖਿਆ ਬਾਬਾ ਮੋਹਨ ਨੂੰ ਦਿੱਤੀ। ਇਹ ਗੀਤ ਬਾਣੀ ਸਾਰੀ ਪਰਮਾਤਮਾ ਦੀ ਉਸਤਤੀ ਹੈ, ਪਰ ਸਿੱਖਿਆ ਸਾਨੂੰ ਦੁਨਿਆਵੀ ਲੋਕਾਂ ਨੂੰ ਹੈ। ਮੋਹਨ ਜੀ ਦੇ ਮਨ ਤੇ ਚੋਟ ਲੱਗੀ, ਦਰਵਾਜ਼ਾ ਖੋਲ੍ਹਿਆ। ਲੰਮਾ ਇਤਿਹਾਸ ਹੈ, ਦਾ ਸੰਖੇਪ ਵਿੱਚ ਹੀ ਅੱਗੇ ਵਧੇ। ਕਹਿੰਦੇ ਜੀ ਪੋਥੀਆਂ ਦੇ ਦਿਓ ਬਾਬਾ ਮੋਹਨ ਜੀ, ਦੁਨੀਆ ਦਾ ਭਲਾ ਹੋ ਸਕੇ, ਬਾਣੀ ਦਾ ਜਹਾਜ਼ ਬਣ ਸਕੇ। ਇਹ ਤੁਹਾਡੇ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਤੁਹਾਨੂੰ ਉਹ ਪੋਥੀਆਂ ਦੇ ਗਏ। ਪੋਥੀਆਂ ਸਾਨੂੰ ਦੇ ਦਿਓ, ਦੁਨੀਆ ਵਿੱਚ ਤੁਹਾਡਾ ਨਾਮ ਰਵੇਗਾ, ਅਦਬ ਰਵੇਗਾ। ਸਹਾਇਕ ਬਣੋ ਇਸ ਬਾਣੀ ਦੇ ਬੋਹਿਤ ਬਣਾਉਣ ਦੇ ਵਿੱਚ। ਪਹਿਲਾਂ ਤੇ ਗੁੱਸਾ ਜਿਹਾ ਖਾਧਾ ਬਾਬੇ ਮੋਹਣ ਨੇ, ਕਹਿੰਦਾ ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਕੁੱਲ ਭਲੇਨ ਕੀ ਹੋਤੀ ਜੋ ਗੁਰਤਾ ਜਾਸ ਤੇ। ਪਹਿਲਾਂ ਤੇ ਭੱਲਿਆਂ ਦੀ ਜਿਹੜੀ ਗੁਰਤਾ ਗੱਦੀ ਸੀ, ਪਹਿਲਾਂ ਭੱਲੇ ਹੀ ਸੀ ਨਾ ਗੁਰੂ ਅਮਰਦਾਸ, ਪਹਿਲਾਂ ਤੇ ਭੱਲਿਆਂ ਦੀ ਗੁਰਤਾ। ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਹਰ ਇੱਕ ਕੋਈ ਅੰਸ਼ ਬੰਸ਼ ਦੀ ਬਹੁਤੀ ਬਾਤ ਨਹੀਂ ਹੈ, ਫਿਰ ਵੀ ਗੁਰੂ ਕਿਆਂ ਦੀ ਅੰਸ਼ ਦਾ ਆਪਾਂ ਅਦਬ ਕਰਦੇ ਹਾਂ, ਕਿਉਂਕਿ ਬਾਣੀ 'ਚ ਜ਼ਿਕਰ ਆਉਂਦਾ ਹੈ। ਉਹ ਭੱਲਿਆਂ ਦੀ ਕੁਰਸੀ, ਭੱਲਿਆਂ ਦਾ ਤਖਤ, ਭੱਲਿਆਂ ਦੀ ਗੁਰਤਾ ਗੱਦੀ ਤੁਸੀਂ ਸੋਢੀਆਂ ਲੈ ਲਈ, ਤੇ ਆ ਜੇ ਪੋਥੀਆਂ ਰਹਿ ਗਈਆਂ, ਹੁਣ ਇਹ ਵੀ ਲੈਣ ਆ ਗਏ ਹੋ। ਤੇ ਥੋੜਾ ਜਿਹਾ ਗੁੱਸਾ ਖਾ ਕੇ ਕਹਿੰਦੇ ਲਾਜ ਨਾ ਥਾਰੋ ਆਤ ਅਬੇ ਚਲ ਆਇਓ, ਸਭ ਗੁਰੂਆਂ ਕੋ ਸ਼ਬਦ ਲੈਣ ਹਿਤ ਧਾਇਓ। ਸ਼ਰਮ ਨਹੀਂ ਆਉਂਦੀ? ਇੱਦਾਂ ਦੇ ਗਰਮ ਗੁੱਸੇ ਵਾਲੇ ਬੋਲ ਕਹੇ ਗੁਰੂ ਅਰਜਨ ਸਾਹਿਬ ਵੀ ਸ਼ਰਮ ਨਹੀਂ ਆਉਂਦੀ? ਇਹ ਰਹਿ ਗਏ ਸੀ, ਇਹ ਵੀ ਲੈ ਜਾਓ ਹੁਣ। ਮਹਾਰਾਜ ਗੁਰੂ ਅਮਰਦਾਸ ਦੀ ਅੰਸ਼ ਬੰਸ ਜਾਣ ਕੇ ਨਿਮਰਤਾ ਵਿੱਚ ਖਲੋਤੇ, ਹੱਥ ਜੋੜ ਕੇ ਸੁਣੀ ਗਏ। ਅੰਸ਼ ਹੈ ਨਾ, ਅਦਬ ਕਰਨਾ ਪਵੇਗਾ। ਧੰਨ ਧੰਨ ਪਿਤਾ, ਇਹ ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਧੰਨ ਕੁੱਲ, ਧੰਨ ਪਿਤਾ, ਧੰਨ ਮਾਤਾ, ਜਿਨ੍ਹਾਂ ਨੇ ਖੁਦ ਖੁਦਾ ਨੂੰ ਦੁਨੀਆ ਦੇ ਸਰਗੁਣ ਸਰੂਪ 'ਚ ਪ੍ਰਗਟ ਕੀਤਾ ਹੈ। ਇਹ ਕਹਿਣਾ ਪਵੇਗਾ। ਬਲੈਸਡ ਇਜ਼ ਦਾ ਮਦਰ, ਹੇਲ ਟੂ ਦਾ ਮਦਰ। ਮਾਂ ਦੀ ਵੀ ਧਨਤਾ ਹੈ, ਪਿਤਾ ਵੀ ਧਨਤਾ ਦੇ ਜੋਗ, ਤੇ ਧਨਤਾ ਦੇ ਜੋਗ ਸਾਰੇ ਦੀ ਸਾਰੀ ਕੁੱਲ ਹੈ। ਅਦਬ ਵਿੱਚ ਖਲੋਤੇ ਰਹੇ। ਇੰਨਾ ਠੰਡਾ ਸੁਭਾਅ ਵੇਖ ਕੇ ਨਾ, ਇੰਨਾ ਠੰਡਾ, ਕਿੰਨਾ ਠੰਡਾ ਹੈ ਤੁਸੀਂ ਬਾਅਦ ਵਿੱਚ ਇਤਿਹਾਸ ਵਿੱਚ ਵੇਖਣਾ ਹੈ ਵੀ ਚੰਦੂ ਵੀ ਤੱਤਾ, ਜਹਾਂਗੀਰ ਵੀ ਤੱਤਾ, ਤਵੀ ਵੀ ਤੱਤੀ, ਉਧਰੋਂ ਜੇਠ ਹਾੜ ਦਾ ਮਹੀਨਾ ਵੀ ਤੱਤਾ, ਲੱਕੜਾਂ ਵੀ ਤਪੀਆਂ ਤੇ ਸਿਰ ਵਿੱਚ ਤੱਤੀ ਰੇਤ ਪਈ। ਪਰ ਜੇ ਕੋਈ ਠੰਡਾ ਸੀ ਤੇ ਖੁਦ ਖੁਦਾ ਤੱਤੀ ਤਵੀ ਤੇ ਬੈਠਾ। ਗੁਰੂ ਅਰਜਨ ਠੰਡਾ ਸੀ ਜਿਹਨੇ ਸੀ ਨਹੀਂ ਕੀਤੀ। ਉਹ ਬੋਲਾਂ ਨਾਲ ਕਿੱਥੇ ਤਪੇਗਾ, ਉਹਨੂੰ ਤੱਤੀ ਤਵੀ ਵੀ ਤਪਾ ਨਹੀਂ ਸਕਦੀ। ਉਹਦਾ ਸੁਭਾਅ ਐਸਾ ਹੈ। ਬਚਨ ਸੁਣੇ, ਬੋਲੇ ਕੁਝ ਨਹੀਂ। ਤੇ ਬਾਬਾ ਮੋਹਨ ਜੀ ਨੇ ਜਦੋਂ ਵੇਖਿਆ ਨਾ ਵੀ ਇਹ ਤੇ ਬੋਲਦੇ ਹੀ ਨਹੀਂ, ਹੱਥ ਜੋੜ ਕੇ ਖਲੋਤੇ ਨੇ, ਪਤਾ ਨਹੀਂ ਕੈਸੀ ਚੋਟ ਮਨ ਤੇ ਲੱਗੀ, ਚਰਨਾਂ ਵਿੱਚ ਡਿੱਗ ਪਏ ਤੇ ਆਖਣ ਲੱਗੇ, ਤਖਤ ਤੇ ਬੈਠੇ ਹੋ, ਲਾਏ ਕੀ ਤੁਸੀਂ ਸੀ ਤਖਤ ਦੇ, ਤਾਂ ਹੀ ਭੱਲਿਆਂ ਤੋਂ ਸੋਢੀਆਂ ਕੋਲ ਚਲਿਆ ਗਿਆ। ਇਹ ਤਖਤ ਨਿਮਰਤਾ ਨਾਲ ਜਿੱਤਿਆ ਹੈ ਤੁਸੀਂ। ਬਾਣੀ ਕਹਿੰਦੀ ਹੈ ਨਾ, ਤਖਤ ਬਹਿ ਤਖਤੇ ਕੀ ਲਾਇਕ। ਪੋਥੀਆਂ ਦੇ ਦਿੱਤੀਆਂ। ਮਹਾਰਾਜ ਬੜੇ ਪ੍ਰਸੰਨ ਹੋਏ, ਜਾਣ ਲੱਗੇ। ਛੋਟੇ ਪੁੱਤਰ ਗੁਰੂ ਅਮਰਦਾਸ ਜੀ ਦੇ ਬਾਬਾ ਮੋਹਰੀ ਜੀ, ਉਹ ਘਰ ਨੂੰ ਲੈ ਗਏ। 3 ਦਿਨ ਉਹਨਾਂ ਰੱਖਿਆ। ਮਹਾਰਾਜ ਇੱਥੋਂ ਸਿਰ 'ਤੇ ਪੋਥੀਆਂ ਲੈ ਕੇ ਬਾਬਾ ਮੋਹਰੀ ਜੀ ਦੇ ਘਰ ਗਏ। ਉਹਨਾਂ ਨੂੰ ਕਹਿੰਦੇ ਇੱਕ ਪਾਲਕੀ ਸਾਹਿਬ ਬਣਾ ਦਿਓ। ਪਾਲਕੀ ਸਾਹਿਬ ਦੇ ਵਿੱਚ ਪੋਥੀਆਂ ਪ੍ਰਕਾਸ਼ ਕਰ ਲਈਆਂ, ਪੋਥੀਆਂ ਨੂੰ ਸਥਾਪਿਤ ਕਰ ਲਿਆ। ਇੰਨਾ ਅਦਬ ਬਾਣੀ ਦਾ। ਆਪ ਨੰਗੇ ਪੈਰੀਂ ਚੱਲ ਪਏ, ਖਡੂਰ ਸਾਹਿਬ ਰੁਕੇ। ਬਾਬਾ ਦਾਤੂ ਜੀ ਗੁਰੂ ਅੰਗਦ ਸਾਹਿਬ ਦੀ ਅੰਸ਼, ਉਹਨਾਂ ਨੂੰ ਮਿਲ ਕੇ ਫਿਰ ਅੰਮ੍ਰਿਤਸਰ ਨੂੰ ਚੱਲੇ ਨੇ। ਅੱਗੇ ਬਾਬਾ ਗੁਰੂ ਹਰਗੋਬਿੰਦ ਸਾਹਿਬ, ਸਾਰੇ ਸਿੱਖ ਸੇਵਕ ਤਿਆਰੀ ਵਿੱਚ ਨੇ, ਬੜੇ ਪ੍ਰੇਮ ਦੇ ਸਹਿਤ ਉਡੀਕ ਰਹੇ ਨੇ। ਪੋਥੀਆਂ ਲੈ ਕੇ ਪਾਤਸ਼ਾਹ ਪਹੁੰਚੇ। ਰਾਮਸਰ ਜਗ੍ਹਾ ਚੁਣੀ ਗਈ ਜੋ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੀ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ।
बड़े भगत, बड़े संत, बड़े महापुरुष जदों पता लग्या भी बाणी लिखी जा रही है, आपो अपनियां कवितावां लैके आए। लिखारी लाया भाई गुरदास जी नूं। गुरु अर्जन साहब पातशाह ने रामसर लिखते ने, बड़ी सुंदर रमणीक जगह है, बड़े रुख ने उत्थे, बड़ी सुंदरताई है, एकांत है, और किसी नूं हुक्म नहीं है पास आउण दा, क्योंकि पातशाह बाणी लिखाउंदे ने, भाई गुरदास जी लिखते ने। और जे कोई सतपुरुष आउंदा मैं बाणी लैके आया, उसनूं ही पास आउण दिता जांदा। संगतां नूं बेनती कर दित्ती जांदी है भी ये महान कारज हो रहा है, बाद विच दर्शन कर लेना। उत्थे कवि संतोख सिंह ने जिक्र किया है, जिथे भट्टां दी, भगतां दी, गुरमुखा दी बाणी प्रवान हुई, जिथे गुरु नानक साहब, गुरु अंगद साहब, गुरु अमरदास, गुरु रामदास जी की बाणी लिखी गई, उत्थे गुरु अर्जन साहब ने अपनी बाणी गलूए चों प्रगट करके कित्थों लियांदी, जैसी मैं आवे खसम की बाणी तैसड़ा करी ज्ञान वे लालो। गुरु नानक साहब ने भी यही किया है। गुरु अर्जन साहब ने, गुरु नानक ने 5वें जामे फिर दोहरा दिता, हूँ आपो बोल ना जानदा मैं कहया सब हुक्माओ जीओ। ते जिस दिन श्री गुरु ग्रंथ साहब की संपूर्णता करनी है, दमदमे की पाक धरती ते, मालवे की धरती ते गुरु गोबिंद सिंह साहब ने उदन भी दसम बाणी दे बोल कहे सन महाराज ने, जो निज प्रभ मोह सो कहा सो कहे हो जग माहे। 10वें पातशाह दे भी ऐसे ही बोल सन। खैर, एक बाबा आया कान्हा, एक आया पीलू, एक आया छज्जू, एक आया शाह हुसैन, ते एक आया सूरदास। इन्हां दा वावा विस्तार किया कवि संतोख सिंह जी ने। कहंदे जी साडी बाणी भी लिखो। महाराज कहंदे जो प्रवान होवेगी, अकाल पुरख की वडियाई जिस विच होवेगी, हंगता ममता जिस विच नहीं होवेगी, मैं नहीं होवेगी जिस विच, केवल अकाल पुरख की वडियाई विच जो गीत गाए जाणगे उही प्रवान होणगे, उही कसवटी तो अगे लंघ सकते ने। बाबा कान्हा कहंदा जी फिर मैं सुणावां कविता? कहंदे जी सुणाओ। कहंदा ओही रे मैं ओही रे, जाको वेद पुराण सब गावें, खोजत खोज ना कोई रे। महाराज कहंदे रुको, ये तुसीं तो काम ही शुरू मैं तो कीता है, ये गल नहीं। श्री गुरु अर्जन साहब कहंदे तुहाडे बोलां चों निरंकार दी खुशबोई नहीं, मैं दी बदबोई आउंदी है। इत्थे मैं दी बात नहीं है। असीं बाणी वो पढ़नी है जिहड़ी हंकार नूं मैं नूं दूर करे। तुसीं वो उचार रहे हो जिहड़ी शुरू ही मैं तो हुंदी है। साधन ते वो करना है, साधना ते उन्हां नाल जुड़ना है जिहदे नाल मैं हंकार मिटे, क्योंकि जिथे हंकार है रब नहीं टिकदा। हर जीओ हंकार ना भावई वेद कूक सुनावै। कबीर जी ने बड़ा सुंदर किया, कबीर तू तू करता तू हुआ, मुझ में रहा ना हूँ। तू तू करोगे ते तू विच अकाल पुरख विच अभेद होगे, नहीं तो गल नहीं बनेगी। मैं करन वाला मैं विच ही लीन रहिंदा है, तू करन वाला तू विच खुदा विच लीन हुंदा है। ये जीवन रब विच लीन होने लई मिलिया है, ना कि अपने आप विच। रोज़ पढ़दे हो भई पर आपत मानुख दे हुरिया, गोबिंद मिलन की ये तेरी बरिया। श्री अर्जन सुन दीन हटाए, कवि संतोख सिंह कहंदे उन्हां मना कर दिता। श्री अर्जन सुन दीन हटाए, हमरे यह प्रमाण ना होए है, पठै सिख हंकार बढ़ाए। इन्हां हंकार वधेगा, तुहाडे बोल प्रवान नहीं। चलो बाबा कान्हा गुस्सा खांदा है। महाराज कहंदे लंगर पानी छको, कविता प्रवान नहीं। एक बाणी का फरमान है, जो जो करते अहंमेव चढ़ धरती पड़ते। हंकार इत्थे प्रवान नहीं। बाबा पीलू कहंदा जी कुछ मैं सुणावां? पातशाह कहंदे तू सुणावां। कहंदा पीलो असां नालों छे भले, असां नालों छे भले जमदियां जो मूए। असां नालों छे भले जमदे जो मूए। कहंदे वो चंगे ने जिहड़े जमदे ही मर गए। महाराज कहंदे क्यों? कहंदा उन्हां चिक्कड़ पाव ना बोड़िया।
ਉਹਨਾਂ ਚਿੱਕੜ ਪਾਵਨਾ ਬੋੜਿਆ ਨਾ ਆਲੂਦ ਭਏ। ਕਹਿੰਦਾ ਉਹਨਾਂ ਚੰਗਾ ਹੈ ਸੰਸਾਰ ਰੂਪੀ ਮਾਇਆ ਦੇ ਚਿੱਕੜ ਵਿੱਚ ਪੈਰ ਹੀ ਨਹੀਂ ਪਾਇਆ, ਨਹੀਂ ਤੇ ਜਿਹੜਾ ਪੈਦਾ ਹੁੰਦਾ ਉਹ ਮਾਇਆ ਦੇ ਚਿੱਕੜ ਵਿੱਚ ਗੰਦਾ ਹੋ ਹੀ ਜਾਂਦਾ ਹੈ। ਉਹ ਚੰਗੇ ਜਿਹੜੇ ਗਰਭ ਵਿੱਚ ਹੀ ਮਰ ਗਏ, ਜਿਹੜੇ ਦੁਨੀਆ ਤੇ ਆਏ ਹੀ ਨਹੀਂ, ਉਹ ਚੰਗੇ ਨੇ। ਮਹਾਰਾਜ ਕਹਿੰਦੇ ਨਹੀਂ ਬਾਬਾ ਪੀਲੂ ਜੀ, ਤੁਹਾਡੇ ਬੋਲ ਵੀ ਸਾਨੂੰ ਪ੍ਰਵਾਨ ਨਹੀਂ। ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਜੰਮਣਾ ਤੇ ਮਰਨਾ ਹੈ। ਸ਼੍ਰੀ ਕਰਤਾਰ ਕੇਰ ਇਹ ਭਾਣਾ, ਜੰਮਣ ਮਰਨਾ ਸੀਸ ਅਸੇਸਾ ਪਾਏ, ਜਨਮ ਨਰ ਲਾਭ ਉਠਾਏ, ਭਜੈ ਸਦਾ ਸਤਨਾਮ ਵਿਸ਼ੇਸ਼ਾ। ਕਹਿੰਦੇ ਤੇ ਜਨਮ ਲੈ ਕੇ ਲਾਭ ਉਠਾਈਏ, ਅਕਾਲ ਪੁਰਖ ਦੇ ਗੀਤ ਗਾਈਏ, ਜਨਮ ਨੂੰ ਸਫਲਾ ਕਰੀਏ। ਜੇ ਦੁਨੀਆ ਚੱਕੜ ਹੈ, ਦੁਨੀਆ ਸਾਗਰ ਹੈ ਦੁੱਖਾਂ ਦਾ, ਤੇ ਜਹਾਜ਼ ਵੀ ਉਹਦਾ ਨਾਮ ਹੈ। ਇਹ ਤੇ ਉਹਦੇ ਹੁਕਮ ਵਿੱਚ ਜੰਮਣਾ ਮਰਨਾ ਹੁੰਦਾ ਹੈ। ਤੁਸੀਂ ਉਹਦੇ ਹੁਕਮ ਦੀ ਅਦੂਲੀ ਕਰ ਰਹੇ ਹੋ ਵੀ ਜੰਮਣਾ ਹੀ ਨਹੀਂ ਸੀ ਚਾਹੀਦਾ। ਸਾਡਾ ਤੇ ਇਹ ਸਿਧਾਂਤ ਹੈ, ਹੁਕਮੈ ਜੁਗਮਹਿ ਆਇਆ, ਹੁਕਮੈ ਜੁਗਮਹਿ ਆਇਆ, ਚੱਲਣ ਹੁਕਮ ਸੰਜੋਗ ਜੀਓ। ਉਹਦੇ ਹੁਕਮ ਵਿੱਚ ਹੀ ਦੁਨੀਆ ਤੇ ਆਏ ਆ, ਹੁਕਮ ਵਿੱਚ ਹੀ ਦੁਨੀਆ ਤੋਂ ਜਾਣਾ ਹੈ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ। ਜਿਹੜਾ ਹੁਕਮ 'ਚ ਚੱਲਦਾ ਉਹੀ ਖਜ਼ਾਨੇ ਵਿੱਚ ਪਿਆ ਖਰਾ ਏ, ਜੋ ਹੁਕਮ ਵਿੱਚ ਨਹੀਂ ਉਹ ਖੋਟਾ ਹੈ, ਰੱਬ ਉਹਨੂੰ ਪ੍ਰਵਾਨ ਨਹੀਂ ਕਰਦਾ। ਤੇ ਹੁਕਮ ਵਿੱਚ ਜੰਮਣਾ ਹੈ, ਹੁਕਮ ਵਿੱਚ ਮਰਨਾ ਹੈ। ਤੇ ਤੁਸੀਂ ਉਹਦਾ ਹੁਕਮ ਹੀ ਕੱਟ ਰਹੇ ਹੋ ਵੀ ਜੰਮਦੇ ਹੀ ਨਾ, ਮਾਇਆ ਨਾਲ ਸਾਹਮਣਾ ਹੀ ਨਾ ਹੁੰਦਾ, ਦੇ ਨਾ ਕੋਈ ਸਾਧਨ ਕਰਕੇ ਮਾਇਆ ਤੋਂ ਬਚਣਾ ਪੈਂਦਾ। ਕਹਿੰਦੇ ਨਹੀਂ, ਇਹ ਹੁਕਮ ਅਦੂਲੀ ਕਰਦੇ ਨੇ ਤੁਹਾਡੇ ਬਚਨ, ਸੋ ਇਹ ਵੀ ਸਾਨੂੰ ਪ੍ਰਵਾਨ ਨਹੀਂ। ਮਹਾਰਾਜ ਨੇ ਬੋਲ ਪ੍ਰਵਾਨ ਨਾ ਕੀਤੇ। ਤੀਜਾ ਭਗਤ ਬਾਬਾ ਛੱਜੂ, ਉਹ ਕਹਿੰਦਾ ਜੀ ਹੁਣ ਮੈਂ ਆਪਣੀ ਕਵਿਤਾ ਸੁਣਾਵਾਂ। ਮਹਾਰਾਜ ਕਹਿੰਦੇ ਸੁਣਾਓ। ਉਹਨੇ ਇਸਤਰੀ ਜਾਤ ਤੇ ਵਾਰ ਕਰ ਦਿੱਤਾ। ਕਹਿੰਦਾ ਕਾਗਦ ਸੰਧੀ ਪੂਤਲੀ ਤੋ ਵੀ ਤ੍ਰਿਆ ਨਾ ਨਿਹਾਰ, ਯਹੀ ਮਾਰ ਲੈ ਜਾਵਹੀ ਜਥਾ ਬਿਲੋਚਨ ਧਾਰ। ਮਹਾਰਾਜ ਕਹਿੰਦੇ ਇਹ ਵੀ ਪ੍ਰਵਾਨ ਨਹੀਂ। ਇਹਦੇ ਅਰਥ ਪਤਾ ਕੀ ਸਨ? ਛੱਜੂ ਜੀ ਆਖਣ ਲੱਗੇ ਵੀ ਇਸਤਰੀ ਕਾਗਜ਼ ਦੀ ਵੀ ਹੋਵੇ ਨਾ, ਉਹ ਨਰਕਾਂ ਨੂੰ ਲੈ ਜਾਂਦੀ ਹੈ। ਤੇ ਕਹਿੰਦਾ ਕਿਸੇ ਕਾਗਜ਼ ਤੇ ਇਸਤਰੀ ਦੀ ਤਸਵੀਰ ਬਣੀ ਹੋਵੇ ਨਾ, ਉਹ ਵੇਖ ਵੀ ਲਈਏ, ਛੱਜੂ ਕਹਿੰਦਾ ਨਰਕਾਂ ਨੂੰ ਚਲੇ ਜਾਈਦਾ। ਕਾਮੁਕ ਹੋ ਜਾਂਦਾ ਮਨ, ਤੱਕਣ ਵਾਲਾ ਕਾਮੁਕ ਹੋ ਕੇ ਨਰਕਾਂ ਨੂੰ ਜਾਂਦਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਦੇਖ, ਤੂੰ ਇਸਤਰੀ ਜਾਤ ਦੇ ਉਲਟ ਬੋਲ ਰਿਹਾ ਹੈ। ਜੇ ਇਸਤਰੀ ਦੇ ਦਿਦਾਰੇ ਕੀਤਿਆਂ ਗ੍ਰਸਤ ਧਾਰਿਆਂ ਨਰਕਾਂ ਨੂੰ ਜਾਈਦਾ ਹੈ, ਤੇ ਇਹ ਰੱਬ ਦਾ ਦੋਸ਼ੀ ਬਣ ਗਿਆ। ਉਹ ਇਸਤਰੀ ਬਣਾਉਂਦਾ ਹੀ ਕਿਉਂ ਹੈ? ਫਿਰ ਤੇ ਰੱਬ ਨੇ ਗਲਤੀ ਕਰ ਦਿੱਤੀ। ਮਨੁੱਖਤਾ ਦੀ ਪੈਦਾਇਸ਼ ਇਸਤਰੀ ਤੋਂ ਹੈ, ਰੱਬ ਸਿੱਧੇ ਹੀ ਅਸਮਾਨੋਂ ਸੁੱਟ ਦਿੰਦਾ ਲੋਕ। ਫਿਰ ਇਹ ਤੌਹੀਨ ਹੈ ਇਸਤਰੀ ਜਾਤ ਦੀ। ਤੇਰੇ ਕਲਾਮ ਦੇ ਅਨੁਸਾਰ ਇਸਤਰੀ ਅਗਰ ਨਰਕਾਂ ਦਾ ਰਸਤਾ ਖੋਲ੍ਹਦੀ ਹੈ, ਤੇ ਨਰਕਾਂ ਦੇ ਦੁਆਰ ਬਣਾਉਣ ਵਾਲਾ ਪਰਮਾਤਮਾ ਹੋਇਆ ਨਾ, ਉਹ ਤੇ ਦੋਸ਼ੀ ਹੋ ਗਿਆ। ਕਹਿੰਦੇ ਧਿਆਨ ਦੇ, ਇਸਤਰੀ ਨਾ ਹੁੰਦੀ ਤੇ ਤੂੰ ਪੈਦਾ ਹੋ ਕੇ ਕਾਵਿ ਰਚਨਾ ਨਾ ਕਰਦਾ। ਇਸਤਰੀ ਨਾ ਹੁੰਦੀ ਤੇ ਸਾਧੂ ਸੰਤ ਰਾਜੇ ਪੈਦਾ ਨਾ ਹੁੰਦੇ। ਬਾਣੀ ਦਾ ਹੀ ਫਰਮਾਨ ਹੈ ਨਾ, ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ। ਕਹਿੰਦੇ ਨਹੀਂ, ਇਹ ਪ੍ਰਵਾਨ ਨਹੀਂ ਸਾਨੂੰ, ਚਲਿਆ ਜਾ। ਕਹਿੰਦੇ ਛੱਜੂ ਦੇਖ, ਕਹਿੰਦਾ ਜੀ ਪ੍ਰਵਾਨ ਕਿਉਂ ਨਹੀਂ ਕਰਦੇ? ਮਹਾਰਾਜ ਕਹਿੰਦੇ ਤੇਰੇ ਘਰ ਵਿੱਚ ਭੈਣ ਹੈ, ਮਾਂ ਹੈ, ਕੀ ਜਦੋਂ ਉਹਨਾਂ ਨੂੰ ਤੱਕਦਾ ਹੈ ਉਦੋਂ ਨਰਕਾਂ ਦਾ ਦੁਆਰ ਖੁੱਲ੍ਹਦਾ ਹੈ? ਤੱਕਣ ਨਾਲ ਇਸਤਰੀ ਨੂੰ ਨਰਕਾਂ ਵਿੱਚ ਨਹੀਂ ਜਾਈਦਾ। ਮਹਾਰਾਜ ਕਹਿੰਦੇ ਪਰ ਤ੍ਰੈ ਰਾਵਣ ਜਾਹੇ ਸਈ ਤਾਂ ਲਾਜੀਆ ਹੈ। ਜਿਹੜੇ ਪਰਾਈ ਇਸਤਰੀ ਨੂੰ ਦੀਨ ਦੁਨੀਆ ਦੇ ਮਾਲਕ ਕਹਿੰਦੇ ਬੁਰੀ ਨਜ਼ਰ ਨਾਲ ਤੱਕਦੇ ਨੇ, ਉਹਦਾ ਸੰਗ ਕਰਦੇ ਨੇ, ਸ਼ਰਮ ਉਹਨਾਂ ਨੂੰ ਆਵੇ। ਨਰਕਾਂ ਨੂੰ ਮਹਾਰਾਜ ਕਹਿੰਦੇ ਉਹ ਜਾਣ ਜਿਹੜੇ ਧੱਕੋ ਜ਼ੋਰੀ ਕਰਨ, ਕਿਸੇ ਦੀ ਪੱਤ ਨੂੰ ਪੈਣ।
ਇਸਤਰੀ ਨੂੰ ਤੱਕਿਆਂ ਨਰਕਾਂ ਨਾਲ ਨਹੀਂ ਜਾਈਦਾ। ਜੇ ਭਾਵਨਾ ਮੈਲੀ ਹੈ ਤੇ ਫਿਰ ਬਾਤ ਵਿਗੜਦੀ ਹੈ। ਜੇ ਭਾਵਨਾ ਮੈਲੀ ਨਹੀਂ ਤੇ ਤੱਕਣ ਨਾਲ ਕੋਈ ਮੈਲਾ ਨਹੀਂ ਹੋ ਜਾਂਦਾ। ਕਹਿੰਦੇ ਤੇਰੇ ਬੋਲ ਪ੍ਰਵਾਨ ਨਹੀਂ। ਚੌਥਾ ਆ ਗਿਆ ਸ਼ਾਹ ਹੁਸੈਨ, ਕਹਿੰਦਾ ਜੀ ਕੁਝ ਮੈਂ ਸੁਣਾਵਾਂ ਮਾਰ? ਕਹਿੰਦੇ ਸੁਣਾਓ। ਕਹਿੰਦਾ ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਉਹਨੇ ਹਿਸਾਬ ਲਾ ਲਿਆ ਵੀ ਕਾन्हा, ਪੀਲੂ, ਛੱਜੂ ਤਿੰਨੇ ਬੋਲੇ ਤੇ ਗੱਲ ਪ੍ਰਵਾਨ ਨਹੀਂ ਹੋਈ। ਕਹਿੰਦਾ ਇਹਦੇ ਨੂੰ ਚੁੱਪ ਹੀ ਭਲੀ ਹੈ, ਬੋਲਣਾ ਹੀ ਨਹੀਂ ਚਾਹੀਦਾ, ਬੋਲਣ ਦੀ ਲੋੜ ਹੀ ਨਹੀਂ ਹੈ। ਕਹਿੰਦਾ ਮਹਾਰਾਜ ਕਹਿੰਦੇ ਨਹੀਂ ਸ਼ਾਹ ਹੁਸੈਨ ਜੀ, ਗੱਲ ਇਹ ਵੀ ਠੀਕ ਨਹੀਂ ਹੈ। ਇਹ ਜ਼ੁਬਾਨ ਬੋਲਣ ਲਈ ਇਸ ਵਜੂਦ ਨਾਲ ਲੱਗੀ ਹੈ। ਹਾਂ ਬੋਲਣਾ ਚਾਹੀਦਾ ਹੈ, ਤੋਲ ਕੇ ਬੋਲੋ, ਸੱਚ ਬੋਲੋ, ਕੁਫਰ ਨਾ ਤੋਲੋ, ਝੂਠ ਨਾ ਬੋਲੋ। ਜੇ ਚੋਪੀ ਕਰ ਜਾਣਾ ਹੈ ਤੇ ਅਕਾਲ ਪੁਰਖ ਦੇ ਗੀਤ ਕਿਵੇਂ ਗਾਓਗੇ, ਜੀਵਨ ਸਫਲਾ ਕਿਵੇਂ ਕਰੋਗੇ? ਰੁੱਖ ਚੁੱਪ ਨੇ, ਪੱਥਰ ਚੁੱਪ ਨੇ, ਫਿਰ ਤੁਹਾਡੇ ਤੇ ਇਹਨਾਂ ਜੜ ਜੂਨਾਂ ਦੇ ਵਿੱਚ ਫਰਕ ਕੀ ਹੈ? ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਸੁਣਨਾ ਵੀ ਚਾਹੀਦਾ ਹੈ। ਕੀ ਸੁਣਨਾ ਹੈ? ਚੰਗੇ ਬੋਲ, ਪਰਮਾਤਮਾ ਦੀ ਉਸਤਤੀ। ਗਾਉਣਾ ਕੀ ਹੈ? ਚੰਗੇ ਬੋਲ, ਪਰਮਾਤਮਾ ਦੀ ਵਡਿਆਈ। ਜਿੱਥੇ ਬੋਲਣ ਦੀ ਲੋੜ ਹੈ ਬੋਲੋ, ਜਿੱਥੇ ਕਦਰਦਾਨੀ ਨਹੀਂ ਉੱਥੇ ਬੋਲਣ ਦੀ ਲੋੜ ਨਹੀਂ। ਜਦੋਂ ਬੋਲਣਾ ਹੈ ਮਹਾਰਾਜ ਕਹਿੰਦੇ ਸੱਚ ਬੋਲੋ, ਜ਼ੁਬਾਨ ਬੋਲਣ ਲਈ ਲੱਗੀ ਹੈ। ਭਗਤ ਤੇ ਇੰਨੇ ਤੱਤੇ ਚੱਲ ਜਾਂਦੇ ਨੇ, ਕਹਿੰਦੇ ਜੇ ਜ਼ੁਬਾਨ ਲੱਗੀ ਹੈ ਨਾ ਤੇ ਰੱਬ ਦੇ ਗੀਤ ਨਹੀਂ ਗਾਉਂਦੀ, ਇਹ ਵੱਢ ਕੇ ਸੁੱਟ ਦਿਓ। ਕਈ ਕਹਿ ਦਿੰਦੇ ਨਾ ਨਾਮ ਜਪਣਾ, ਤੋਤਾ ਰਟਣਾ, ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ। ਸੁਚੇਤ ਹੋਵੋ। ਕਹਿੰਦੇ ਨਾਮ ਜਪਣਾ, ਤੋਤਾ ਰਟਣਾ। ਭਗਤ ਪਤਾ ਕੀ ਕਹਿੰਦੇ? ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਨਹੀਂ ਜਪਦੀ ਜੇ ਕੱਟ ਦਿਓ। ਤਿਲ ਕਿੱਡਾ ਹੁੰਦਾ ਹੈ, ਰੰਚਕ ਮਾਤਰ, ਛੋਟੇ ਛੋਟੇ ਟੋਟੇ ਕਰ ਦੇਵਾਂ ਇਸ ਜ਼ੁਬਾਨ ਦੇ। ਰੱਬ ਦੇ ਗੀਤ ਹੀ ਨਹੀਂ ਗਾਉਂਦੀ। ਮਹਾਰਾਜ ਤੇ ਇਹ ਕਹਿੰਦੇ ਨੇ ਤੇ ਇੱਥੇ ਆਖੀ ਜਾਂਦੇ ਜੀ ਜੇ ਜਪੋਗੇ ਤੇ ਤੋਤਾ ਰਟਣਾ। ਨਹੀਂ, ਬਾਣੀ ਨੂੰ ਪੁੱਛ ਕੇ ਚੱਲਣਾ ਹੈ। ਪ੍ਰਚਾਰਕ ਆਪਣੀ ਮੱਤ ਅਨੁਸਾਰ ਪ੍ਰਚਾਰ ਕਰ ਜਾਂਦੇ ਨੇ, ਕੋਈ ਵੀ ਰਸਤਾ ਭਟਕ ਸਕਦਾ ਹੈ। ਮਹਾਰਾਜ ਕਹਿੰਦੇ ਬੋਲਣ ਲਈ ਮਿਲੀ ਹੈ। ਚਲੋ ਸ਼ਾਹ ਹੁਸੈਨ ਦੇ, ਛੱਜੂ ਦੇ, ਕਾਨੂੰ ਦੇ, ਪੀਲੇ ਦੇ ਬੋਲ ਨਾ ਪ੍ਰਵਾਨ ਹੋਏ। ਇੱਕ ਸੂਰਦਾਸ ਨੇਤਰਹੀਣ ਹੈ, ਲਾਠੀ ਦੇ ਆਸਰੇ ਚੱਲ ਕੇ ਬਰਿੰਦਰਾਬਨ ਤੋਂ ਆਇਆ ਹੈ ਅੰਮ੍ਰਿਤਸਰ। ਬਰਿੰਦਰਾਬਨ ਵੇਖੋ ਕਿੰਨੀ ਦੂਰ ਹੈ। ਮਹਾਰਾਜ ਕੁਝ ਮੈਂ ਸੁਣਾਵਾਂ? ਕਹਿੰਦੇ ਸੁਣਾਓ। ਤੇ ਬੜੇ ਪ੍ਰੇਮ ਨਾਲ ਨਾ ਸਾਰੰਗ ਰਾਗ ਦੇ ਵਿੱਚ ਇੱਕ ਬਚਨ ਕਿਹਾ ਉਸਨੇ, ਛਾੜ ਮਨ ਹਰ ਬਿਮੁਖਨ ਕੋ ਸੰਗ। ਐਸੀ ਮਿਠਾਸ ਨਾਲ ਗਾਇਆ, ਮਹਾਰਾਜ ਪਾਤਸ਼ਾਹ ਆਨੰਦਿਤ ਹੋ ਗਏ। ਭਾਈ ਗੁਰਦਾਸ ਜੀ ਆਨੰਦਿਤ, ਤੇ ਜਿਹਦੇ ਜਿਹਦੇ ਕੰਨਾਂ ਵਿੱਚ ਬੋਲ ਪਏ ਆਨੰਦ ਵਿੱਚ, ਸਮਾਧ ਵਿੱਚ ਚਲਿਆ ਗਿਆ। ਮਹਾਰਾਜ ਦੇ ਚਿੱਤ ਵਿੱਚ ਆਇਆ ਇਹ ਬੋਲ ਲਿਖਣੇ ਚਾਹੀਦੇ ਨੇ। ਪਰ ਸੂਰਦਾਸ ਜੀ ਏਡੇ ਮਸਤ ਹੋਏ, ਉਹ ਅਗਲੀ ਪੰਕਤੀ ਵੱਲ ਵਧਣ ਹੀ ਨਾ, ਉਹ ਉਹੀ ਗਾਈ ਜਾਣ। ਉਧਰੋਂ ਲਾਂਗਰੀ ਸਿੱਖ ਨੇ ਆਵਾਜ਼ ਦਿੱਤੀ ਆ ਕੇ, ਮਹਾਰਾਜ ਲੰਗਰ ਤਿਆਰ ਹੈ, ਸੰਗਤਾਂ ਪੰਗਤਾਂ ਵਿੱਚ ਬੈਠੀਆਂ ਉਡੀਕ ਰਹੀਆਂ ਨੇ, ਭੋਗ ਲਾਓ ਤੇ ਸੰਗਤਾਂ ਲੰਗਰ ਛਕਣ। ਤੁਸੀਂ ਛਕੋ ਤੇ ਸੰਗਤਾਂ ਲੰਗਰ ਛਕਣ। ਜਿੱਦਾਂ ਹੁਣ ਭੋਗ ਲਵਾ ਕੇ ਸ਼ਬਦ ਸਰੂਪ ਦੇ ਅੱਗੇ ਕੜਾਹ ਪ੍ਰਸ਼ਾਦ, ਉਹ ਪ੍ਰਸ਼ਾਦ ਫਿਰ ਸਾਰੇ ਪ੍ਰਸ਼ਾਦ ਵਿੱਚ ਰਲਾ ਕੇ ਸੰਗਤ ਨੂੰ ਵਰਤਾਈਦਾ। ਇੱਦਾਂ ਹੀ ਪਾਤਸ਼ਾਹ ਪਹਿਲਾਂ ਪ੍ਰਸ਼ਾਦ ਛਕਦੇ ਸਨ, ਉਹ ਸੀਤ ਪ੍ਰਸ਼ਾਦ ਜਿਹੜਾ ਸੀ ਉਹ ਬਖਸ਼ ਦਿੰਦੇ ਸਨ। ਤੁਸੀਂ ਰੋਜ਼ ਪੜ੍ਹਦੇ ਹੋ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਹੁਣ ਮਹਾਰਾਜ ਸੋਚੀ ਪੈ ਗਏ ਵੀ ਜੇ ਉੱਠ ਕੇ ਲੰਗਰ ਜਾਣੇ ਹੈ ਤੇ ਇਸ ਭਗਤ ਦੇ ਬੋਲਾਂ ਦੀ ਤੋਹੀਨ ਹੈ। ਜੇ ਜਗ੍ਹਾ ਨਹੀਂ ਦਿੰਦੇ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਇਹਨਾਂ ਬੋਲਾਂ ਨੂੰ, ਤੇ ਜੇ ਲੰਗਰ ਛਕਣ ਨਹੀਂ ਜਾਂਦੇ, ਸੰਗਤਾਂ ਉਡੀਕ ਰਹੀਆਂ ਹੈ, ਲੰਗਰ ਦੀ, ਅੰਨ ਦੀ, ਸੰਗਤਾਂ ਦੀ ਤੋਹੀਨ ਹੋ ਜਾਵੇਗੀ। ਤੇ ਭਾਈ ਗੁਰਦਾਸ ਜੀ ਨੂੰ ਕਹਿੰਦੇ ਵੀ ਬਾਬੇ ਸੂਰਦਾਸ ਨੂੰ ਜੁੜਿਆ ਰਹਿਣ ਦੇ, ਇਹਦੀ ਇੱਕ ਪੰਕਤੀ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਲਿਖ ਲਾ ਤੂੰ।
ਤੇ ਭਾਈ ਗੁਰਦਾਸ ਜੀ ਕਹਿੰਦੇ ਜੀ ਜਿਹੜੇ ਭਗਤ ਦੀ ਬਾਣੀ ਹੈ ਉਹਦਾ ਨਾਮ ਆਉਂਦਾ ਸ਼ਬਦ ਵਿੱਚ, ਔਰ ਤੁਸੀਂ ਹਰ ਭਗਤ ਸੰਤ ਨੂੰ ਅਮਰ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੀ ਪਾਕ ਬਾਣੀ ਹੈ। ਸੂਰਦਾਸ ਜੀ ਨੇ ਇੱਕੋ ਪੰਕਤੀ ਪੜ੍ਹੀ ਹੈ, ਇਹਦੇ ਵਿੱਚ ਇਹਨਾਂ ਦਾ ਨਾਮ ਨਹੀਂ, ਤੇ ਕਿਵੇਂ ਲੋਕਾਂ ਨੂੰ ਬੋਧ ਹੋਵੇਗਾ ਵੀ ਇਹ ਭਗਤ ਸੂਰਦਾਸ ਦੇ ਬੋਲ ਨੇ। ਗੁਰੂ ਅਰਜਨ ਸਾਹਿਬ ਮੁਸਕਰਾਏ, ਕਹਿੰਦੇ ਨਾਮ ਸੂਰਦਾਸ ਜੀ ਦਾ ਹੀ ਵਰਤ ਲੈਨੇ ਆ, ਤੇ ਬਾਣੀ ਅੱਗੇ ਮੈਂ ਉਚਾਰ ਦਿੰਦਾ, ਸ਼ਬਦ ਪੂਰਾ ਕਰਕੇ ਆਪਾਂ ਲਿਖ ਦਈਏ, ਇਹਨਾਂ ਦੀ ਇੱਕ ਪੰਕਤੀ ਪ੍ਰਵਾਨ ਕਰ ਲਈਏ। ਇਹ ਜੁੜੇ ਰਹਿਣ ਦਿਓ, ਤੁਸੀਂ ਹੈਰਾਨ ਰਹਿ ਜਾਓਗੇ। ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਬਾਣੀ ਗੁਰੂ ਅਰਜਨ ਸਾਹਿਬ ਨੇ ਲਿਖੀ, ਨਾਮ ਸੂਰਦਾਸ ਜੀ ਦਾ ਲਿਖ ਦਿੱਤਾ, ਤੇ ਉਸ ਸ਼ਬਦ ਤੋਂ ਪਹਿਲਾਂ ਇੱਕ ਪੰਕਤੀ ਲਿਖ ਦਿੱਤੀ, ਛਾੜ ਮਨ ਹਰ ਵਿਮੁਖਨ ਕੋ ਸੰਗ। ਨਹੀਂ ਤੇ ਜਦੋਂ ਸ਼ਬਦ ਚੱਲਦਾ ਹੈ ਮਹੱਲੇ ਤੋਂ ਬਾਅਦ, ਮੰਗਲ ਤੋਂ ਬਾਅਦ ਚੱਲਦਾ ਹੈ, ਇੱਥੇ ਸ਼ਬਦ ਤੇ ਮਹੱਲਾ ਨੀਚੇ ਨੇ, ਮੰਗਲ ਨੀਚੇ ਹੈ, ਪੰਕਤੀ ਉੱਤੇ ਹੈ, ਛਾੜ ਮਨ ਹਰ ਵਿਮੁਖਨ ਕੋ ਸੰਗ। ਅੱਗੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਗ ਬਸੇ ਹਰ ਲੋਕ। ਇਹ ਸ਼ਬਦ ਉਚਾਰਿਆ, ਸੂਰਦਾਸ ਜੀ ਨੂੰ ਸਮਰਪਿਤ ਕਰ ਦਿੱਤਾ। ਤੁਸੀਂ ਹੈਰਾਨ ਰਹੋਗੇ, ਗੁਰੂਆਂ ਕੀ ਬਾਣੀ ਵਿੱਚ ਅਖੀਰ ਤੇ ਲਫ਼ਜ਼ ਨਾਨਕ ਆਉਂਦਾ ਹੈ, ਚਾਹੇ 9ਵੇਂ ਗੁਰੂ ਨੇ, ਚਾਹੇ ਪਹਿਲੇ 5 ਗੁਰੂ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਪਾਕ ਬੋਲ ਜਿਹੜੇ ਨੇ, ਨਾਨਕ ਲਫ਼ਜ਼ ਆ ਗਿਆ, ਉੱਦਾਂ ਹੀ ਗੁਰੂ ਪਾਤਸ਼ਾਹਾਂ ਨੇ ਨਾਨਕ ਲਫ਼ਜ਼ ਵਰਤਿਆ ਹੈ, ਕਿਉਂਕਿ ਸਾਰੇ ਹੀ ਨਾਨਕ ਨੇ, ਗੁਰੂ ਨਾਨਕ ਸਾਰਿਆਂ 'ਚ ਹੀ ਸਮਾਇਆ ਹੈ। ਅਖੀਰ ਤੇ ਪਤਾ ਕੀ ਲਿਖਦੇ, ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ। ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ। ਦੀਨ ਦੁਨੀਆ ਦੇ ਮਾਲਕ ਅਖੀਰ ਤੇ ਸੂਰਦਾਸ ਜੀ ਦਾ ਨਾਮ ਲਿਖ ਕੇ ਨਾ ਉਹਨਾਂ ਨੂੰ ਅਮਰ ਕਰਦੇ ਨੇ। ਕਹਿੰਦੇ ਦੇਖੋ, ਇਹਨਾਂ ਆਪਣੀ ਮਤ ਛੱਡ ਕੇ ਗੁਰਮਤਿ ਦੇ ਅਨੁਕੂਲ ਸ਼ਬਦ ਉਚਾਰਿਆ ਹੈ, ਔਰ ਇਹਨਾਂ ਦੇ ਸ਼ਬਦਾਂ ਚੋਂ ਕਾਲ ਪੁਰਖ ਦੀ ਵਡਿਆਈ ਸੁਣਦੀ ਹੈ। ਸ਼ਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ। ਹੋਰ ਪਦਾਰਥ ਛੱਡ ਦਿੱਤੇ, ਕੇਵਲ ਅਕਾਲ ਪੁਰਖ ਦਾ ਨਾਮ ਉਹਨਾਂ ਗਾਇਆ ਹੈ। ਮਹਾਰਾਜ ਨੇ ਬਾਣੀ ਪ੍ਰਵਾਨ ਕੀਤੀ, ਭੱਟਾਂ ਦੀ ਬਾਣੀ ਚੜ੍ਹ ਗਈ, ਭਗਤਾਂ ਦੀ ਬਾਣੀ ਚੜ੍ਹ ਗਈ। ਜੋ ਕਵਿਤਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਨਾ ਉਤਰੀ, ਉਹਨਾਂ ਨੂੰ ਬੇਨਤੀ ਕਰਕੇ ਮੋੜ ਦਿੱਤਾ ਗਿਆ। ਕਈਆਂ ਨੇ ਗਿਲਾ ਵੀ ਕੀਤਾ, ਰੋਸਾ ਵੀ ਕੀਤਾ, ਪਰ ਪਾਤਸ਼ਾਹ ਬੇਪਰਵਾਹ ਸਨ। ਇਉਂ 1661 ਬਿਕਰਮੀ ਸੰਮਤ ਵਿੱਚ ਸੰਪੂਰਨ ਹੋਇਆ ਸ਼੍ਰੀ ਆਦਿ ਗ੍ਰੰਥ ਸਾਹਿਬ। 1660 ਬਿਕਰਮੀ ਸੰਮਤ ਵਿੱਚ ਰਾਮਸਰ ਲਿਖਣਾ ਸ਼ੁਰੂ ਕੀਤਾ ਭਾਈ ਗੁਰਦਾਸ ਜੀ ਲਿਖਾਰੀ ਨੇ। 1661 ਬਿਕਰਮੀ ਸੰਮਤ ਵਿੱਚ ਸੰਪੂਰਨ ਹੋਇਆ, ਔਰ ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਨੇ ਭਾਦੋ ਸੁਦੀ ਏਕਮ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਪ੍ਰਕਾਸ਼ ਕੀਤਾ, ਤੇ ਬਾਬਾ ਬੁੱਢਾ ਜੀ ਪਹਿਲੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਬਣੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਗੁਰੂ ਅਰਜਨ ਸਾਹਿਬ ਬੈਠੇ ਨੇ, ਬਾਬਾ ਬੁੱਢਾ ਜੀ ਮਹਾਰਾਜ ਦੀ ਪਾਕ ਬੀੜ ਨੂੰ ਪ੍ਰਕਾਸ਼ਵਾਨ ਕਰ ਰਹੇ ਨੇ। ਤੇ ਅੱਜ ਦੀ ਨਿਆਈ ਅਰਦਾਸਾ ਕਰਕੇ ਹੁਕਮਨਾਮਾ ਕੀ ਲਿਆ ਗਿਆ, ਸੂਹੀ ਮਹੱਲਾ ਪੰਜਵਾਂ ਜੋ ਪ੍ਰਗਟ ਹੋਇਆ। ਪ੍ਰਗਟ ਹੁੰਦਾ ਹੈ ਨਾ ਹੁਕਮਨਾਮਾ, ਵੇਖ ਚਾ ਕੇ ਨਹੀਂ ਲਿਆ ਜਾਂਦਾ ਵੀ ਅੱਜ ਇਹਨੂੰ ਖੁਸ਼ ਕਰਨਾ ਤੇ ਐ ਸੰਗ ਤੇ, ਅੱਜ ਇਹਨੂੰ ਖੁਸ਼ ਕਰਨਾ ਤੇ ਐ ਸੰਗ ਤੇ, ਨਹੀਂ, ਅੰਗ ਇਕੱਠੇ ਕਰਕੇ ਪ੍ਰਕਾਸ਼ ਕਰ ਲੈਂਦੇ ਨੇ ਗੁਰੂ ਕੇ ਵਜ਼ੀਰ। ਜੋ ਆ ਗਿਆ ਸੋ ਉਹਦਾ ਮੁਖਵਾਕ ਹੈ, ਹੁਕਮ ਹੈ। ਹੁਕਮਨਾਮਾ ਕੀ ਆਇਆ, ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਆਇਆ, ਸਾਰੇ ਖੇੜੇ ਵਿੱਚ ਨੇ। ਬੜਾ ਲੰਮਾ ਜ਼ਿਕਰ ਉੱਥੇ ਆਉਂਦਾ, ਜਿਵੇਂ ਗਿਆਨੀ ਰਣਜੀਤ ਸਿੰਘ ਜੀ ਦੱਸ ਰਹੇ ਸਨ ਨਾ, ਵੀ ਵਿਸਥਾਰ ਬੜਾ ਹੈ। ਕੜਾਹ ਪ੍ਰਸ਼ਾਦ ਕੀਤਾ ਗਿਆ, ਕੀਰਤਨ ਹੋ ਰਿਹਾ ਸੀ, ਸੰਗਤ ਬੜੀ ਆਨੰਦਤ ਹੈ। ਸਾਰੀ ਮਰਿਆਦਾ ਜੋ ਅੱਜ ਗੁਰਧਾਮਾਂ ਵਿੱਚ ਚੱਲਦੀ ਹੈ, ਉਸੇ ਤਰ੍ਹਾਂ ਕਵੀ ਜੀ ਨੇ ਸਾਰਾ ਲਿਖਿਆ ਹੈ।
ਸੋ ਉੱਥੇ ਬਾਬਾ ਬੁੱਢਾ ਜੀ ਪੜ੍ਹ ਰਹੇ ਸਨ। ਕਹਿੰਦੇ ਨੇ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਤੇ ਸਗਲ ਵਸੂਰੇ। ਜੈ ਜੈਕਾਰ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਬਣੀ। ਜਿੰਨਾ ਚਿਰ ਕਿਸੇ ਧਰਮ ਦਾ ਕੋਈ ਧਾਰਮਿਕ ਗ੍ਰੰਥ ਨਾ ਹੋਵੇ, ਰਹਿਬਰ ਨਾ ਹੋਵੇ, ਉਹਨਾਂ ਚਿਰ ਧਰਮ ਪ੍ਰਵਾਨ ਨਹੀਂ ਹੁੰਦਾ। ਜਿਵੇਂ ਕੁਰਾਨ ਹੈ ਇਸਲਾਮ ਜਗਤ ਦੀ, ਵੇਦ ਨੇ ਸਨਾਤਨ ਮਤ ਦੇ, ਬਾਈਬਲ ਹੈ ਕ੍ਰਿਸਚਨਾਂ ਦੀ, ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਇੱਕ ਮੈਂ ਹੋਰ ਨਾਲ ਸ਼ੰਕਾ ਕੱਢ ਦੇਵਾਂ, ਧਾਰਮਿਕ ਗ੍ਰੰਥ ਰਹਿਬਰ ਇੱਕ ਹੁੰਦਾ ਹੈ, ਪਰ ਹੋਰ ਸਾਹਿਤ ਵੀ ਧਰਮਾਂ ਵਿੱਚ ਹੁੰਦੇ ਨੇ। ਸੋ ਖੰਡਿਤ ਨਾ ਕਰਿਆ ਕਰੋ ਸਾਹਿਤ ਨੂੰ। ਇਸਲਾਮ ਜਗਤ ਕੁਰਾਨ ਨੂੰ ਧਾਰਮਿਕ ਗ੍ਰੰਥ, ਸ਼ਰੂਤੀ, ਰੱਬ ਤੋਂ ਪ੍ਰਗਟ ਹੋਏ ਬੋਲ ਮੰਨਦਾ, ਤੇ ਹਦੀਸ ਉਹਨਾਂ ਦਾ ਰਹਿਤਨਾਮਾ ਸਮਝ ਲਓ। ਮੁਹੰਮਦ ਦੇ ਬੋਲ ਹਦੀਸ, ਜਿਹਦੇ ਅਨੁਸਾਰ ਉਹ ਜੀਵਨ ਬਤੀਤ ਕਰਦੇ, ਤੇ ਕੁਰਾਨ ਉਹਨਾਂ ਦਾ ਧਾਰਮਿਕ ਗ੍ਰੰਥ। ਹਿੰਦੂਆਂ ਦਾ ਧਾਰਮਿਕ ਗ੍ਰੰਥ ਵੇਦ ਨੇ, ਗੀਤਾ ਹੈ। ਜੀਵਨ ਬਤੀਤ ਤੋਂ ਕਾਹਦੇ ਅਕੋਰਡਿੰਗ ਕਰਦੇ ਨੇ? ਸ਼ਾਸਤਰਾਂ ਦੇ। ਇਸੇ ਤਰ੍ਹਾਂ ਸਿੱਖ ਜਗਤ ਦੇ ਰਹਿਬਰ ਕੌਣ ਨੇ? ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਨਾਲ ਧਾਰਮਿਕ ਬੋਲ ਦਸਮ ਬਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੋਲ ਨੇ, ਜਿਨ੍ਹਾਂ ਵਿੱਚ ਖਾਲਸੇ ਦਾ ਜੀਵਨ ਹੈ, ਸਾਡੇ ਰਹਿਤਨਾਮੇ ਨੇ, ਸਾਡਾ ਇਤਿਹਾਸ ਹੈ। ਇਹ ਹਰ ਧਰਮ ਵਿੱਚ ਇਸੇ ਤਰ੍ਹਾਂ ਹੋਇਆ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜੀਏ, ਇਤਿਹਾਸ ਨੂੰ ਵਾਚਿਆ ਕਰੀਏ, ਦਸਮ ਪਾਤਸ਼ਾਹ ਦੀ ਬਾਣੀ ਨਾਲ ਜੁੜੀਏ। ਇਸ਼ਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਪਹਿਲਾ ਪ੍ਰਕਾਸ਼ ਹੈ। ਸੰਪੂਰਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਕੀਤੀ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਪਾ ਕੇ, ਸ਼ਲੋਕ ਮਹੱਲਾ 9ਵਾਂ ਆਦਿਕ ਬਾਣੀਆਂ ਪਾ ਕੇ, ਤੇ ਨੰਦੇੜ ਦੀ ਧਰਤੀ ਤੇ ਤਿਲਕ ਬਖਸ਼ ਕੇ ਸ਼ਬਦ ਗੁਰੂ ਨੂੰ 11ਵਾਂ ਗੁਰੂ ਥਾਪ ਕੇ ਕਹਿ ਦਿੱਤਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਪ੍ਰਗਟ ਸਰੂਪ ਵਿੱਚ ਮੰਨਣਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਅੱਜ ਸਾਡਾ ਸਿਜਦਾ ਹੈ ਗੁਰੂ ਪਾਤਸ਼ਾਹ ਅੱਗੇ। ਦਾਸ ਆਪ ਸਰਬੱਤ ਸੰਗਤ ਦਾ ਧੰਨਵਾਦ ਕਰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੁਰੂ ਕੇ ਵਜ਼ੀਰ, ਉਹਨਾਂ ਦਾ ਧੰਨਵਾਦ। ਹੁਣ ਅਗਲੇ ਸਮਾਗਮ ਬਾਬਤ ਸਿੰਘ ਸਾਹਿਬ ਜੀ ਆਪ ਸੰਗਤ ਨੂੰ ਦੱਸ ਹੀ ਚੁੱਕੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਵਿੱਚ ਮਹਾਨ ਸਮਾਗਮ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ ਵਿਖੇ ਸੱਜਣੇ ਨੇ, ਉੱਥੇ ਆਪ ਸੰਗਤ ਦੇ ਦੀਦਾਰੇ ਕਰਾਂਗੇ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।